और अपने अपने घरां विच बैठ करके इस पावन स्थान तो सरवण करदियां हो। वो चल रही लड़ीवार गुरबाणी विचारां नाल सांझ पाइए। विचारां दी आरंभता तो पहला सतगुरु धन गुरु ग्रंथ साहिब जी किरपा करन, अपना मेहर भरिया हथ सिर ते रखण। मालिक जी आप रसना उत्ते वरत के अपनी पावन बाणी अपने शब्द दी विचार आप करवा लैन और आप सरबत संगत बख्शो असीस। कोई रसना वांझी ना रहे, दोवे हाथ जोड़ अपनी मन और बिरतियां नूं एकाग्र करदियां होयां लवाओ गुरु चरनां विच हाज़री। अदब सहित सरबत संगत मिल करके उचारण करो जी सतनाम। हौ वारी जियो वारी, इकस स्यो चित लावणिया। गुरमति मन इकत घर आया, सच्चे रंग रंगावणिया। रहा जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन धन गुरु अमरदास साहिब जी के मुखारबिंद तो उचारण किए हुए माझ राग दे अंदर गुरु ग्रंथ साहिब जी के पावन अंग 111 के उपर सुभायमान है। अज दे इन्हां पावन शब्दां दे राहीं, पावन बचनां दे राहीं सतगुरु जी ने जो रहाऊ की पंक्ति विच जिक्र किया, उस अंदर मालिक जी आख रहे कि मैं कुर्बान जाना हाँ उन्हां मनुखां तो जिन्हां ने अपना चित एक दे नाल जोड़िया है, जिन्हां ने अपना हिरदा अपना चित एक नाल लाया, उन्हां तो। और जिन्हां ने गुरु दी मत नूं लैके अपना मन एक थां ते टका लिया, स्थिर कर लिया, और वो फिर जिहड़े जीव ने उस सच्चे दे रंग विच रंगे जाते ने। सच्चे दे रंग विच रंगे जाण तो भाव परमात्मा दे नाम दी रंगत उन्हां दे हिरदे नूं चढ़ जाती है। हुण ख्याल करियो, गुरु बाबा जी ने सब तो पहला जिक्र किया हौं वारी जियो वारी, इकस स्यों चित लावणिया। मैं कहंदे कुर्बान जाना उन्हां तो जिन्हां ने एकस दे नाल एक दे नाल अपना चित लाया। जदों सतगुरु जी की पावन बाणी पढ़ते हैं ना, तो मालिक जी मन नूं संबोधन करके कहते भी मना एकस स्यों चित लाए। भाई
ਤੂੰ ਇੱਕ ਨਾਲ ਚਿੱਤ ਜੋੜ। ਮਨ ਨੂੰ ਇੱਕ ਥਾਂ ਉੱਤੇ ਟਿਕਾਉਣਾ ਤੇ ਮਨ ਦਾ ਇੱਕ ਨਾਲ ਜੋੜ ਲੈਣਾ ਬੜੀ ਅਦਭੁਤ ਜਿਹੀ ਬਾਤ ਹੈ, ਕਿਉਂਕਿ ਨਾ ਤੇ ਮਨ ਇੱਕ ਥਾਂ ਤੇ ਸਥਿਰ ਹੁੰਦਾ ਹੈ, ਇਹ ਦੌੜਦਾ ਹੈ। ਮਨ ਦਾ ਇੱਕ ਸੁਭਾਅ ਕਹਿ ਲਓ ਕਿ ਇਹਨੇ ਗਤੀ ਹੋਈ ਕਰੀ ਜਾਣਾ ਹੈ, ਇਹ ਤੁਰਿਆ ਹੀ ਫਿਰਦਾ ਹੈ। ਸਾਡੀ ਕਾਇਆ ਥੱਕ ਜਾਂਦੀ ਹੈ, ਸਾਡਾ ਸਰੀਰ ਥੱਕ ਜਾਂਦਾ ਹੈ। ਇਹ ਥੱਕ ਕੇ ਹਾਰ ਕੇ ਜਦੋਂ ਐਨਰਜੀ ਮੁੱਕ ਜਾਂਦੀ ਤੇ ਡਿੱਗ ਪੈਂਦਾ ਹੈ। ਪਰ ਚੇਤੇ ਰੱਖਿਓ, ਜਿੰਨਾ ਚਿਰ ਸਰੀਰ ਦੌੜਿਆ ਫਿਰਦਾ ਸੀ ਓਨਾ ਚਿਰ ਮਨ ਦੀ ਗਤੀ ਘੱਟ ਸੀ। ਜਿਵੇਂ ਜਿਵੇਂ ਸਰੀਰ ਦੀ ਗਤੀ ਘਟਦੀ ਗਈ ਤਿਵੇਂ ਤਿਵੇਂ ਮਨ ਦੀ ਗਤੀ ਵੱਧਦੀ ਗਈ। ਸਰੀਰ ਗਤੀ ਕਰ ਰਿਹਾ ਬੜੀ ਤੇਜ਼ੀ ਨਾਲ, ਮਨ ਦੀ ਗਤੀ ਹੌਲੀ ਹੈ, ਮਨ ਹੌਲੀ ਹੌਲੀ ਚੱਲ ਰਿਹਾ। ਉਲਟ ਚੱਲਦਾ ਬਿਲਕੁਲ ਪ੍ਰਕਰਨ। ਸਰੀਰ ਦੀ ਗਤੀ ਜਿਵੇਂ ਜਿਵੇਂ ਘਟਦੀ ਗਈ ਮਨ ਦੀ ਗਤੀ ਤੇ ਤਾਕਤ ਓਨੀ ਹੀ ਵੱਧਦੀ ਗਈ। ਸਰੀਰ ਥੱਕ ਗਿਆ, ਹਾਰ ਗਿਆ, ਡਿੱਗ ਪਿਆ, ਮਨ ਕਹਿੰਦਾ ਉੱਠ, ਗਤੀ ਹੋਰ ਤੇਜ਼। ਜਾਂ ਇਉਂ ਕਹਿ ਲਈਏ, ਅਸੀਂ ਕਾਇਆ ਨੂੰ ਇੱਕ ਥਾਂ ਤੇ ਟਿਕਾ ਲਿਆ। ਹੁਣ ਸਰੀਰ ਤੇ ਟਿਕ ਗਿਆ, ਅਸੀਂ ਬਹਿ ਗਏ, ਜਾਂ ਮੰਨ ਲਓ ਅਸੀਂ ਲੇਟ ਗਏ। ਉਸ ਵਕਤ ਸਾਡਾ ਮਨ ਐਡਾ ਯਤਨਸ਼ੀਲ ਤੇ ਐਡਾ ਬਲਵਾਨ ਹੋ ਜਾਂਦਾ ਹੈ, ਉਦੋਂ ਮਨ ਆਪਣੇ ਵਲਵਲੇ ਫੇਰ ਲੈਣ ਉੱਠ ਪੈਂਦਾ, ਫਿਰ ਦੌੜਿਆ ਫਿਰਦਾ। ਫਿਰ ਰਹੀ ਬਾਤ ਇੱਕ ਦਾ ਸਹਾਰਾ ਲੈਣ ਦੀ, ਇੱਕ ਨਾਲ ਚਿੱਤ ਜੋੜਨ ਦੀ, ਮਨ ਮੰਨਦਾ ਹੀ ਨਹੀਂ। ਮਨ ਇੱਕ ਨਾਲ ਚਿੱਤ ਲਾਉਣ ਨੂੰ ਕਿੱਥੇ ਮੰਨਦਾ? ਜੇ ਕਿਤੇ ਮਨ ਇੱਕ ਨਾਲ ਮਨ ਜਿਹੜਾ ਉਹ ਇੱਕ ਨਾਲ ਜੁੜ ਜਾਂਦਾ, ਜਿਵੇਂ ਅੱਜ ਬਾਪੂ ਜੀ ਨੇ ਜ਼ਿਕਰ ਕੀਤਾ ਵੀ ਇੱਕ ਨਾਲ ਚਿੱਤ ਜਿਹਨਾਂ ਨੇ ਲਾ ਲਿਆ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਹੁਣ ਇੱਕ ਨਾਲ ਚਿੱਤ ਲਾਉਣ ਵਾਲਾ ਕੋਈ ਆਮ ਸ਼ਖਸ ਨਹੀਂ ਹੋ ਸਕਦਾ। ਜਿਹਦੇ ਤੋਂ ਗੁਰੂ ਅਮਰਦਾਸ ਸਾਹਿਬ ਕੁਰਬਾਨ ਜਾ ਰਹੇ, ਵਾਰਨੇ ਜਾ ਰਹੇ, ਉਹ ਕੋਈ ਆਮ ਕਰਮ ਤੇ ਹੋਣਾ ਨਹੀਂ। ਸੁਭਾਵਿਕ ਦੀ ਬਾਤ ਹੈ ਵੀ ਉਹ ਬੜਾ ਅਦਭੁਤ ਕਰਮ ਹੋਏਗਾ, ਬੜੀ ਮੁਸ਼ਕਲ ਘਾਟੀ ਹੋਏਗੀ। ਜਿਸ ਘਾਟੀ ਉੱਤੇ ਚੜੇ ਹੋਏ ਨੂੰ ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਦੇ ਤੋਂ ਭਾਈ, ਜਿਹੜਾ ਇਸ ਵਿਖਮ ਮਾਰਗ ਦੇ ਉੱਤੇ ਚੱਲ ਪਿਆ, ਜਿਹੜਾ ਇਸ ਵਿਖੜੇ ਪੈਂਡੇ ਤੇ ਤੁਰ ਪਿਆ। ਆਪਣੇ ਹੀ ਮਨਾਂ ਵਿੱਚ ਝਾਤ ਮਾਰ ਕੇ ਵੇ ਵੀ ਇੱਕ ਨਾਲ ਜੁੜਿਆ ਕਿਤੇ। ਜੇ ਕਿਤੇ ਮਨ ਇੱਕ ਨਾਲ ਜੁੜ ਜਾਂਦਾ ਜਾਂ ਮਨ ਇੱਕ ਨਾਲ ਜੁੜਿਆ ਹੁੰਦਾ ਤੇ ਮਨ ਅੰਦਰ ਦੂਜਾ ਖਿਆਲ ਨਹੀਂ ਸੀ ਉਪਜਦਾ। ਪਰ ਕਿੰਨੇ ਉਪਜੇ ਖਿਆਲ। ਜਦੋਂ ਗੁਰੂ ਬਾਬਾ ਜੀ ਨੇ ਨਾ, ਧੰਨ ਗੁਰੂ ਕਲਗੀਧਰ ਸਾਹਿਬ ਨੇ ਜ਼ਿਕਰ ਕੀਤਾ ਤੇ ਮਾਲਕ ਜੀ ਕਹਿੰਦੇ ਵੀ ਜਦੋਂ ਇੱਕ ਨਾਲ ਚਿੱਤ ਜੋੜਨ ਵਾਲੇ ਦੀ ਬਾਤ ਕੀਤੀ ਤੇ ਸਤਿਗੁਰੂ ਉੱਥੇ ਭਾਵੇਂ ਜ਼ਿਕਰ ਖਾਲਸੇ ਦਾ ਕਰਦੇ, ਪਰ ਮਾਲਕ ਪਾਤਸ਼ਾਹ ਜੀ ਨੇ ਉਦੋਂ ਜੀਵਨ ਦੀ ਘਾੜਤ ਇਹ ਦੱਸੀ ਵੀ ਜਿਨ੍ਹਾਂ ਨੇ ਇੱਕ ਨਾਲ ਆਪਣਾ ਚਿੱਤ ਜੋੜ ਲਿਆ ਤੇ ਉਹਨਾਂ ਦੇ ਜੀਵਨ ਦੀ ਹਾਲਾਤ ਕੀ ਬਣੇ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ। ਸਵਾਲ ਹੀ ਪੈਦਾ ਨਹੀਂ ਹੁੰਦਾ ਦੂਜੇ ਦਾ, ਖਿਆਲ ਵੀ ਮਨ ਵਿੱਚ ਉਪਜ ਪਏ। ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਕਿਸੇ ਨੂੰ ਜਾਣਦਾ ਹੀ ਨਹੀਂ, ਉਹ ਆਪਣੇ ਹਿਰਦੇ ਵਿੱਚ ਕਿਸੇ ਨੂੰ ਸਮਝਿਆ ਹੀ ਨਹੀਂ, ਕਿਸੇ ਨੂੰ ਜਾਣਿਆ ਹੀ ਨਹੀਂ, ਸਿਰਫ ਇੱਕ ਨਾਲ ਪ੍ਰੀਤ ਹੈ। ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਉਦੋਂ ਫਿਰ ਕੇਵਲ ਇੱਕੋ ਜੋਤ, ਇੱਕ ਅਕਾਲ ਪੁਰਖ ਪਰਮੇਸ਼ਵਰ ਦਾ ਆਸਰਾ, ਇੱਕ ਪ੍ਰਭੂ ਤੇ ਭਰੋਸਾ,
ਇੱਕ ਪ੍ਰਭੂ ਉੱਤੇ ਵਿਸ਼ਵਾਸ, ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਹਿਰਦੇ ਨੂੰ ਆਧਾਰ, ਇੱਕ ਦੇ ਨਾਲ ਆਪਣੇ ਚਿੱਤ ਨੂੰ ਜੋੜ ਲੈਣਾ। ਪਰ ਸਾਡਾ ਮਨ ਕੀ ਕਹਿੰਦਾ? ਬੜੇ ਰਾਹ ਨੇ, ਇੱਥੇ ਕਿਹੜਾ ਇੱਕ ਰਸਤਾ? ਸਾਡਾ ਮਨ, ਜਿਵੇਂ ਆਪਾਂ ਅਕਸਰ ਇੱਕ ਘਟਨਾ ਸਾਂਝੀ ਕਰਦੇ ਆ, ਸਾਰੇ ਨਗਰ ਵਾਲੇ ਲੋਕ ਨਾ ਬਾਰਿਸ਼ ਤੋਂ ਨਾ ਹੋਣ ਕਰਕੇ ਵਿਆਕੁਲ ਹੋ ਗਏ, ਤੇ ਹੁਣ ਨਗਰ ਦੇ ਲੋਕ ਜਿਹੜੇ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਬੰਧ ਉਲੀਕਿਆ ਵੀ ਆਪਾਂ ਅਰਦਾਸ ਕਰਨੀ ਰੱਬ ਅੱਗੇ ਜਾ ਕੇ, ਆਪਾਂ ਉਹਨੂੰ ਕਹਿਣਾ ਵੀ ਬਾਰਿਸ਼ ਕਰ। ਹੁਣ ਸਾਰਾ ਨਗਰ ਤੁਰ ਪਿਆ, ਤੇ ਉਹਨਾਂ ਵਿੱਚ ਇੱਕ ਬੱਚਾ ਵੀ ਹੈ, ਤੇ ਉਹ ਬੱਚਾ ਹੱਥ 'ਚ ਛਤਰੀ ਲੈ ਕੇ ਤੁਰਿਆ। ਉਹ ਬੜੇ ਹੈਰਾਨ, ਕਹਿੰਦੇ ਇੱਥੇ ਕਿਹੜਾ ਮੀਂਹ ਪੈਣ ਲੱਗਾ ਜਾਂ ਮੀਂਹ ਪੈ ਰਿਹਾ, ਤੂੰ ਛਤਰੀ ਚੁੱਕੀ ਫਿਰਦਾ? ਕਹਿੰਦਾ ਅਰਦਾਸ ਕਰਨ ਚੱਲੇ ਆ, ਮੈਨੂੰ ਭਰੋਸਾ ਹੈ ਆਪਦੇ ਮਾਲਕ ਤੇ, ਮੈਨੂੰ ਭਰੋਸਾ ਹੈ ਉਸ ਪਰਮੇਸ਼ਵਰ ਤੇ ਵੀ ਜੇ ਅਰਦਾਸ ਕਰਾਂਗੇ ਉਹ ਸੁਣੇਗਾ, ਬਾਰਿਸ਼ ਹੋਵੇਗੀ। ਮੈਂ ਤਾਂ ਲੈ ਕੇ ਚੱਲਿਆ ਵੀ ਮੈਂ ਤੇ ਅਗਲਾ ਪ੍ਰਬੰਧ ਸੋਚ ਕੇ ਚੱਲਿਆ। ਤੇ ਹੁਣ ਸਾਡਾ ਵਿਸ਼ਵਾਸ ਕਿੱਥੇ? ਇੱਕ ਨਾਲ ਚਿੱਤ ਜੋੜ ਲੈਣਾ ਖੇਡ ਨਹੀਂ ਹੈ। ਜੇ ਕਿਤੇ ਇੱਕ ਨਾਲ ਚਿੱਤ ਜੁੜ ਜਾਏ, ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਨ੍ਹਾਂ ਨੇ ਆਪਣਾ ਚਿੱਤ ਇੱਕ ਦੇ ਨਾਲ ਜੋੜਿਆ। ਫਿਰ ਕਹਿੰਦੇ ਗੁਰਮਤੀ ਮਨ ਇਕਤ ਘਰ ਆਇਆ। ਗੁਰੂ ਦੀ ਮੱਤ ਲੈ ਕੇ ਮਨ ਕਹਿੰਦੇ ਇੱਕ ਘਰ 'ਚ ਆ ਗਿਆ, ਆਪਣੇ ਅਸਥਾਨ ਤੇ ਟਿਕ ਗਿਆ। ਜਦੋਂ ਗੁਰੂ ਦੀ ਮੱਤ ਲੈ ਕੇ ਮਨ ਇੱਕ ਘਰ ਵਿੱਚ ਆ ਗਿਆ, ਮਨ ਇੱਕ ਥਾਂ ਉੱਤੇ ਟਿਕ ਗਿਆ, ਤੇ ਸਾਹਿਬ ਕਹਿੰਦੇ ਸੱਚਾ ਰੰਗ ਰੰਗਾਵਣਿਆ, ਉਹੀ ਮਨ ਸੱਚੇ ਦੇ ਰੰਗ ਵਿੱਚ ਰੰਗਿਆ ਗਿਆ। ਹੁਣ ਖਿਆਲ ਰੱਖੋ, ਬਾਪੂ ਜੀ ਦੀ ਬਾਣੀ ਪੜੋ, ਮਾਲਕ ਕਤ ਜਾਈਐ ਰੇ ਘਰ ਲਾਗੂ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ। ਹੁਣ ਮਨ ਦੇ ਅੰਦਰ ਤਾਂਗ, ਇੱਛਾ, ਉਮੰਗ। ਸਤਿਗੁਰੂ ਕਹਿੰਦੇ ਮੈਂ ਹੁਣ ਇਹ ਸੋਚ ਰਿਹਾ ਵੀ ਕੱਤ ਜਾਈਏ ਰੇ, ਹੁਣ ਕਿੱਥੇ ਜਾਈਏ? ਘਰ ਲਾਗੋ। ਜਦੋਂ ਘਰ ਦੇ ਵਿੱਚ ਹੀ ਰੰਗ ਲੱਗ ਗਿਆ, ਬਾਹਰ ਜਾਣ ਦੀ ਕੀ ਲੋੜ? ਕਹਿੰਦੇ ਜਿੱਦਣ ਦਾ ਮਨ ਨੂੰ ਆਪਣੇ ਘਰ ਵਿੱਚ ਰੰਗ ਲੱਗਾ ਨਾ, ਉਸ ਦਿਨ ਤੋਂ ਮੇਰਾ ਚਿੱਤ ਨਾ ਚੱਲੇ, ਤੁਰਦਾ ਹੀ ਨਹੀਂ ਹੈ ਤੇ ਕਿਸੇ ਪਾਸੇ। ਮਨ ਭਇਓ ਪੰਗ, ਮਨ ਤੇ ਪਿੰਗਲਾ ਹੋ ਗਿਆ, ਇਹ ਤੁਰੇ ਕਿਹੜੇ ਪਾਸੇ? ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਐਸਾ ਸੀ ਵੀ ਮਨ 'ਚ ਉਮੰਗ ਪੈਦਾ ਹੋਈ। ਤੇ ਹੁਣ ਘਰ ਦੇ ਅੰਦਰ ਹੀ ਰੰਗ ਲੱਗੀ। ਤਾਂ ਹੀ ਤੇ ਸਾਹਿਬ ਜੀ ਨੇ ਜੇਕਰ ਉਹਾਂ ਤੋ ਜਾਈਏ ਜਾਓ ਇਹਾਂ ਨਾ ਹੋਏ, ਮੈਂ ਉੱਥੇ ਜਾਂਦਾ ਤੇ ਤਾਂ ਚੰਗਾ ਲੱਗਦਾ, ਜੇ ਮੇਰੇ ਹਿਰਦੇ ਰੂਪੀ ਘਰ 'ਚ ਨਾ ਹੋਵੇ ਤੇ। ਗੱਲ ਤੇ ਆਪਣੇ ਆਪ ਨੂੰ ਟਿਕਾਉਣ ਦੀ ਸੀ। ਜਿੰਨਾ ਚਿਰ ਅਸੀਂ ਜੇ ਸੰਸਾਰਕ ਤੌਰ ਤੇ ਵੀ ਜ਼ਿਕਰ ਕਰਾਂਗੇ ਨਾ, ਤੇ ਸੰਸਾਰਕ ਤੌਰ ਉੱਤੇ ਵੀ ਜਿੰਨਾ ਚਿਰ ਅਸੀਂ ਇੱਕ ਜਗ੍ਹਾ ਉੱਤੇ ਟਿਕ ਕੇ ਕਿਸੇ ਚੀਜ਼ ਨੂੰ ਨਹੀਂ ਵੇਖਦੇ, ਉਹਨਾਂ ਚਿਰ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਕਿਤੇ ਕੋਈ ਵਸਤੂ ਵੇਖਣੀ ਹੋਵੇ ਤੇ ਅਸੀਂ ਆਪਣੀ ਦ੍ਰਿਸ਼ਟੀ ਨੂੰ ਇੱਕ ਥਾਂ ਤੇ ਟਿਕਾਉਨੇ ਆ, ਫਿਰ ਉਹਦੇ ਬਾਰੇ ਸਮਝ ਲੱਗਦੀ। ਜੇ ਸੰਸਾਰਕ ਤੌਰ ਤੇ ਸਾਡੀ ਦ੍ਰਿਸ਼ਟੀ ਇੱਕ ਥਾਂ ਤੇ ਨਾ ਟਿਕੇ ਤੇ ਸਾਨੂੰ ਵਸਤੂ ਦਾ ਪਤਾ ਨਹੀਂ ਲੱਗਦਾ, ਵਸਤੂ ਬਾਰੇ ਸਮਝ ਨਹੀਂ ਲੱਗਦੀ, ਜਾਂ ਕਿਸੇ ਵੀ ਚੀਜ਼ ਨੂੰ ਅਸੀਂ ਚੰਗੇ ਢੰਗ ਨਾਲ ਵੇਖਣਾ ਹੋਵੇ ਤੇ ਸਾਨੂੰ ਆਪਣੀਆਂ ਨਜ਼ਰਾਂ, ਆਪਣੀ ਦ੍ਰਿਸ਼ਟੀ ਇੱਕ ਥਾਂ ਤੇ ਟਿਕਾਉਣੀ ਪੈਂਦੀ, ਫਿਰ ਅਸੀਂ ਵੇਖਦੇ ਹਾਂ। ਜੇ ਨਾ ਟਿਕੇ ਤੇ ਅਸੀਂ ਉਸ ਵਸਤੂ ਨੂੰ ਵੇਖ ਨਹੀਂ ਸਕਦੇ। ਤੇ ਜਿਹੜਾ ਸਾਡੇ ਹਿਰਦੇ ਰੂਪੀ ਘਰ 'ਚ ਬੈਠਾ, ਜੇ ਮਨ ਉੱਥੇ ਟਿਕੇਗਾ ਤੇ ਉਹਨੂੰ ਵੇਖੇਗਾ ਨਾ। ਜਿਹੜਾ ਭੱਜਿਆ ਹੀ ਫਿਰਦਾ ਉਹਨੇ ਵੇਖਣਾ ਕੀ? ਜਿਹੜਾ ਮਨ ਦੌੜਿਆ ਹੀ ਫਿਰਦਾ ਹੈ ਉਹਨੇ ਕੀ ਵੇਖਣਾ? ਜਾਂ ਕੀ ਉਹਨੂੰ ਨਜ਼ਰ ਆਵੇਗਾ ਜਾਂ ਕੀ ਉਹਨੂੰ ਦਿਸੇਗਾ? ਜਿਹੜੇ ਮਨ ਦੇ ਕੋਲ ਸਥਿਰਤਾ ਹੀ ਨਹੀਂ ਹੈ। ਹੁਣ ਸਾਹਿਬ ਜੀ ਕਹਿੰਦੇ ਗੁਰੂ ਦੀ ਮੱਤ ਲਈ, ਜਿਸ ਦਿਨ ਤੋਂ ਗੁਰੂ ਦੀ ਮੱਤ ਲਈ ਹੈ, ਗੁਰੂ ਦੇ ਮੱਤ ਦਾ ਧਾਰਨੀ ਬਣਿਆ ਹਾਂ। ਜਿਸ ਦਿਨ ਤੋਂ ਮਨ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਉਸ ਦਿਨ ਤੋਂ ਮਨ ਜਿਹੜਾ ਨਾ ਉਹ ਇੱਕ ਥਾਂ ਉੱਤੇ ਟਿਕ ਗਿਆ। ਮਨ ਟਿਕ ਗਿਆ। ਜੇ ਕਹਿ ਲਈਏ ਨਾ ਵੀ ਧਰਮ ਦੇ ਰਸਤੇ ਵਿੱਚ ਸਭ ਤੋਂ ਮੁਸ਼ਕਲ ਕਰਮ
ਮਨ ਨੂੰ ਟਿਕਾਉਣਾ ਹੈ ਤੇ ਇਹਦੇ 'ਚ ਕੋਈ ਅਤਕਥਨੀ ਨਹੀਂ। ਜ਼ਿੰਦਗੀਆਂ ਲੰਘ ਜਾਂਦੀਆਂ ਪਰ ਮਨ ਨਹੀਂ ਟਿਕਦਾ। ਸਰੀਰ ਕਹਿ ਦਿੰਦਾ ਵੀ ਬਸ ਕਰ, ਪਰ ਮਨ ਕਹਿੰਦਾ ਵੀ ਅਜੇ ਕੀ ਹੋਇਆ, ਅਜੇ ਤੇ ਜ਼ਿੰਦਗੀ ਸਾਰੀ ਪਈ। ਇੱਥੋਂ ਤੱਕ ਬਾਪੂ ਜੀ ਦੀ ਬਾਣੀ ਪੜ੍ਹੋ, ਸਤਿਗੁਰੂ ਜੀ ਬਾਣੀ ਦੇ ਰਾਹੀਂ ਜ਼ਿਕਰ ਕਰਦੇ ਆ, ਇੱਥੋਂ ਤੱਕ ਵੀ ਕਹਿੰਦੇ ਮਨ ਦੇ ਸੰਕਲਪ ਇਨਸਾਨ ਦਾ ਖਹਿੜਾ ਉਦੋਂ ਵੀ ਨਹੀਂ ਛੱਡਦੇ ਜਦੋਂ ਇਨਸਾਨ ਦੇ ਸਰੀਰਕ ਇੰਦਰੀ ਵੀ ਕਹਿ ਦਿੰਦੇ ਵੀ ਬਸ ਇੰਦਰੀ ਕਾ ਬਲ ਥਾਕਾ। ਜਦੋਂ ਸਰੀਰਕ ਇੰਦਰੀਆਂ ਨੇ ਵੀ ਇਨਕਾਰ ਕਰਤਾ ਨਾ, ਮਨ ਉਦੋਂ ਵੀ ਕਹਿੰਦਾ ਅਜੇ ਤੇ ਬੜਾ ਕੁਝ ਪਿਆ। ਅੱਖਾਂ ਦੀ ਸ਼ਮਤਾ ਮੁੱਕ ਗਈ ਵੇਖਣ ਦੀ, ਪਰ ਮਨ ਦੀ ਲਾਲਸਾ ਨਹੀਂ ਮੁੱਕੀ। ਕੰਨਾਂ ਦੀ ਸ਼ਮਤਾ ਮੁੱਕ ਗਈ, ਇਹ ਕਹਿੰਦੇ ਵੀ ਹੁਣ ਨਹੀਂ ਸੁਣਦਾ, ਹੁਣ ਜੇ ਸੁਣਨਾ ਤੇ ਉੱਚੀ ਸੁਣਦਾ ਹੈ, ਤੇ ਮਨ ਕਹਿੰਦਾ ਵੀ ਕੋਲੇ ਹੋ ਕੇ ਸੁਣ ਲਾ। ਮਨ ਨੇ ਥੋੜੀ ਕਿਹਾ ਵੀ ਚੱਲ ਨਹੀਂ ਸੁਣਦਾ ਤੇ ਬਸ ਕਰ, ਸਾਰੀ ਜ਼ਿੰਦਗੀ 70-80 ਸਾਲ 90 ਸਾਲ ਲੰਘ ਗਏ ਸੁਣਦਿਆਂ ਨੂੰ, ਉਹੀ ਕੁਝ ਫੇਰ ਸੁਣਨ ਨੂੰ ਮਿਲਣਾ, ਹੋਰ ਕੀ ਸੁਣ ਲੇਗਾ। ਪਰ ਮਨ ਉਦੋਂ ਵੀ ਕਹਿੰਦਾ ਵੀ ਹੋਰ ਜਿਹੜੀ ਕੰਨਾਂ 'ਚ ਆਵਾਜ਼ ਪੈਂਦੀ ਉਹ ਵੀ ਪਾਲਾ। ਨਹੀਂ, ਮਨ ਨਹੀਂ ਟਿਕਿਆ। ਜ਼ਿੰਦਗੀਆਂ ਲੰਘ ਗਈਆਂ, ਜੀਵਨ ਗੁਜ਼ਰ ਗਿਆ, ਪਰ ਮਨ ਦੀ ਸਥਿਰਤਾ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਮਨ ਉਦਣ ਟਿਕਦਾ ਜਿੱਦਣ ਗੁਰੂ ਦੀ ਮੱਤ ਦਾ ਧਾਰਨੀ ਬਣ ਜਾਂਦਾ। ਮਨ ਜਿਸ ਦਿਨ ਗੁਰੂ ਕੇ ਗਿਆਨ ਨੂੰ ਹਾਸਲ ਕਰ ਲੈਂਦਾ ਹੈ, ਕਹਿੰਦੇ ਗੁਰਮਤੀ ਗੁਰੂ ਦੀ ਮੱਤ ਸਦਕਾ ਮਨ ਇਕਤ ਘਰ ਆਇਆ, ਮਨ ਘਰ ਦੇ ਵਿੱਚ ਆ ਗਿਆ, ਆਪਣੇ ਨਿਜ ਘਰ ਅੰਦਰ ਪਹੁੰਚ ਗਿਆ, ਇੱਕ ਥਾਂ ਉੱਤੇ ਟਿਕ ਗਿਆ, ਸੱਚੇ ਰੰਗ ਰੰਗਾਵਣਿਆ। ਬਸ ਮਨ ਦੇ ਟਿਕਣ ਦੀ ਜਿਹੜੀ ਨਾ, ਉਹੀ ਕਹਿ ਲਓ ਇੱਕ ਉਡੀਕ ਸੀ, ਜਾਂ ਮਨ ਦੇ ਟਿਕਣ ਦਾ ਨਾ ਟਿਕਣ ਦਾ ਹੀ ਰੌਲਾ ਸੀ ਕਿ ਅਜੇ ਤੱਕ ਇਹ ਰੰਗਿਆ ਨਹੀਂ ਸੀ ਜਾਂਦਾ। ਜਿਸ ਦਿਨ ਮਨ ਟਿਕ ਗਿਆ, ਬਸ ਉਸੇ ਦਿਨ ਉਹਦੇ ਰੰਗ ਦੇ ਵਿੱਚ ਰੰਗਿਆ ਗਿਆ। ਉਸੇ ਦਿਨ ਗੁਰੂ ਨੇ ਆਪ ਕਿਰਪਾ ਕਰਕੇ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਰੰਗ ਵਿੱਚ ਮਨ ਨੂੰ ਰੰਗ ਦਿੱਤਾ। ਇੱਕੋ ਆਪ ਫਿਰੈ ਪ੍ਰਸੰਨਾ, ਗੁਰਮੁਖ ਵੇਖਾ ਤਾਂ ਇਹ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਇਕ ਮਨ ਵਸਾਵਣਿਆ। ਮਨ ਦੇ ਨਾ ਟਿਕਣ ਦਾ ਕਾਰਨ ਕੀ ਹੈ? ਇਹ ਕੁਝ ਚਾਹੁੰਦਾ ਹੈ, ਮਨ ਦੀ ਇੱਕ ਲਾਲਸਾ ਹੈ। ਉਹ ਲਾਲਸਾ ਪੂਰੀ ਹੋ ਜਾਏ ਤੇ ਟਿਕ ਜਾਏਗਾ। ਪਰ ਅਫਸੋਸ ਇਸ ਗੱਲ ਦਾ ਵੀ ਮਨ ਨੂੰ ਅਜੇ ਤੱਕ ਇਹ ਨਹੀਂ ਸਮਝ ਲੱਗਾ ਵੀ ਮੇਰੀ ਲਾਲਸਾ ਹੈ ਕੀ, ਮੈਂ ਚਾਹੁੰਦਾ ਕੀ। ਮਨ ਸੰਸਾਰਕ ਵਸਤੂਆਂ ਖੋਜ ਰਿਹਾ, ਮਨ ਸੰਸਾਰਕ ਪਦਾਰਥ ਖੋਜ ਰਿਹਾ, ਪਰ ਮਨ ਇਹ ਨਹੀਂ ਸਮਝ ਸਕਿਆ ਵੀ ਅਸਲ ਵਿੱਚ ਚਾਹੀਦਾ ਕੀ ਹੈ। ਕਿਵੇਂ ਸਬਰ ਕਿੱਥੋਂ ਆਏਗਾ, ਸੰਤੋਖ ਕਿੱਥੋਂ ਆਏਗਾ, ਟਿਕਾ ਕਿੱਥੋਂ ਆਏਗਾ, ਧੀਰਜ ਕਿੱਥੋਂ ਆਏਗਾ, ਮਨ ਇਹ ਨਹੀਂ ਸਮਝ ਸਕਿਆ, ਹੋਰ ਹੀ ਕਿਸੇ ਪਾਸੇ ਤੁਰਿਆ ਫਿਰਦਾ। ਗੁਰੂ ਸਾਹਿਬ ਜੀ ਨੇ ਬੜੀ ਅਪਾਰ ਕਿਰਪਾ ਕੀਤੀ, ਕਹਿੰਦੇ ਇੱਕੋ ਆਪ ਫਿਰੈ ਪ੍ਰਛੰਨਾ। ਪ੍ਰਛੰਨਾ ਕਹਿੰਦੇ ਲੁਕੇ ਹੋਏ ਨੂੰ, ਕਹਿੰਦੇ ਉਹ ਪਰਮੇਸ਼ਵਰ ਜਿਹੜਾ ਨਾ ਇੱਕੋ ਆਪ, ਉਹ ਆਪ ਹੀ ਹੈ ਇੱਕ, ਔਰ ਫਿਰੈ ਪ੍ਰਛੰਨਾ, ਉਹ ਸਾਰਿਆਂ ਦੇ ਵਿੱਚ ਨਾ ਫਿਰ ਰਿਹਾ, ਪਰ ਹੈ ਲੁਕਿਆ ਹੋਇਆ, ਬੈਠਾ ਸਾਰਿਆਂ 'ਚ ਹੀ ਹੈ ਪਰ ਲੁਕਿਆ ਹੋਇਆ, ਦਿਸਦਾ ਨਹੀਂ ਉਹ। ਪਰ ਜੇ ਕਿਤੇ ਗੁਰੂ ਕਿਰਪਾ ਕਰਦੇ, ਹੁਣ ਜੇ ਕਹਿ ਲਈਏ ਨਾ ਵੀ ਮਨ ਦੀ ਲਾਲਸਾ ਹੈ ਜਿਹੜੀ, ਜੇ ਕਿਤੇ ਮਨ ਸਮਝ ਜਾਏ ਵੀ ਮੈਂ ਆਪਣੇ ਮੂਲ ਨੂੰ ਜਾਣਨਾ, ਇਹ ਮਨ ਦਾ ਅਸਲ ਮਨੋਰਥ ਹੈ, ਮੋਟਿਵ ਇਹ ਹੈ। ਤਾਂ ਹੀ ਤੇ ਬਾਬਾ ਜੀ ਨੇ ਸੰਬੋਧਨ ਕਰਕੇ ਕਿਹਾ ਨਾ, ਮਨ ਤੂੰ ਜੋਤ ਸਰੂਪ ਹੈ,
ਭਾਈ ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ ਗੱਲ ਕਰ ਭਾਈ, ਆਪਣਾ ਮੂਲ ਪਛਾਣ। ਮਨ ਇਹਦੇ ਤੋਂ ਹੀ ਅਣਜਾਣ ਹੋ ਕੇ ਬੈਠਾ, ਇਹਨੂੰ ਬਾਰ-ਬਾਰ ਸੁਚੇਤ ਕਰਕੇ ਕਹਿਣਾ ਪਿਆ, ਭਾਈ ਵੇਖ ਤੇਰਾ ਮੂਲ ਕੀ ਹੈ ਤੇ ਤੂੰ ਕਰੀ ਕੀ ਜਾਣਾ, ਤੇਰਾ ਮੋਟਿਵ ਕੀ ਸੀ, ਤੂੰ ਕਰੀ ਕੀ ਜਾਣਾ, ਤੇਰਾ ਮੰਤਵ, ਤੇਰਾ ਮਨੋਰਥ ਕੀ ਸੀ ਔਰ ਤੂੰ ਕਰ ਕੀ ਰਿਹਾ। ਬਾਪੂ ਜੀ ਦੀ ਬਾਣੀ ਪੜੋ, ਮਾਲਕ ਕਹਿੰਦੇ ਮਨ ਰੇ ਕਵਨ ਕੋ ਮਤ ਤੁਮ ਲਾਗੇ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮਨ ਦੀ ਹਾਲਤ ਹੀ ਹੈ। ਹੁਣ ਉੱਥੇ ਜਿਹੜਾ ਸ਼ਬਦ ਪੰਡੀਆ ਕਵਨ ਕੋ ਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ, ਤੇਰਾ ਬਣੇਗਾ ਕੀ? ਇੱਕੋ ਆਪ ਫਿਰ ਹੈ ਪ੍ਰਸੰਨ, ਕਹਿੰਦੇ ਇੱਕ ਹੈ, ਉਹ ਬੈਠਾ ਹੈ ਸਭਨਾਂ ਦੇ ਵਿੱਚ ਪਰ ਲੁਕਿਆ ਹੋਇਆ ਗੁਪਤ ਰੂਪ ਵਿੱਚ ਬੈਠਾ। ਉਹ ਜਿਹੜਾ ਗੁਪਤ ਰੂਪ ਵਿੱਚ ਬੈਠਾ ਪਰਮੇਸ਼ਵਰ ਹੈ ਨਾ, ਕਹਿੰਦੇ ਜੇ ਹੁਣ ਉਹਨੂੰ ਵੇਖਣਾ ਹੋਵੇ ਤੇ ਕੀ ਕਰੀਏ? ਆਖਿਰਕਾਰ ਮਨ ਦਾ ਮੂਲ ਹੈ, ਆਖਿਰਕਾਰ ਮਨ ਦਾ ਮੁੱਢ ਹੈ, ਤੇ ਮਨ ਜਿੰਨਾ ਚਿਰ ਮੂਲ ਨੂੰ ਵੇਖ ਨਹੀਂ ਲੈਂਦਾ ਉਹਨਾਂ ਚਿਰ ਸਮਝੇਗਾ ਕੀ, ਪਛਾਣੇਗਾ ਕੀ? ਫਿਰ ਬਾਪੂ ਜੀ ਨੇ ਦੱਸਿਆ ਵੀ ਮਨ ਨੇ ਉਹਨੂੰ ਵੇਖਣਾ ਕਿਵੇਂ। ਕਹਿੰਦੇ ਗੁਰਮੁਖ ਵੇਖਾਂ, ਜੇ ਕਿਤੇ ਗੁਰੂ ਦੇ ਰਾਹੀਂ ਜਾਂ ਗੁਰੂ ਦੀ ਮੱਤ ਆ ਜਾਏ, ਗੁਰੂ ਦਾ ਦਰ ਮਿਲ ਜਾਏ, ਗੁਰੂ ਵਾਲਾ ਕਿਤੇ ਬਣ ਜਾਵਾਂ, ਫਿਰ ਵੇਖਾ, ਫਿਰ ਇਹ ਮਨ ਨੂੰ ਵੇਖ ਲੈਂਦਾ। ਜਦੋਂ ਵੇਖ ਲੈਂਦਾ ਤਾਂ ਇਹ ਮਨ ਭਿੰਨਾ, ਇਹੀ ਮਨ ਦੀ ਨਿਸ਼ਾ ਹੋ ਜਾਂਦੀ ਹੈ, ਇਹੀ ਮਨ ਰੱਜ ਜਾਂਦਾ ਹੈ, ਇਹੀ ਮਨ ਭਿੱਜ ਜਾਂਦਾ ਹੈ। ਇਹਨੂੰ ਹੀ ਭਿਆਉਣਾ ਸੀ, ਇਹਨੂੰ ਹੀ ਰਜਾਉਣਾ ਸੀ। ਗੁਰੂ ਵਾਲਾ ਬਣ ਕੇ ਰੱਜ ਗਿਆ, ਗੁਰੂ ਵਾਲੇ ਬਣ ਕੇ ਮਨ ਨੂੰ ਸਬਰ ਆ ਗਿਆ, ਗੁਰੂ ਵਾਲਾ ਬਣ ਕੇ ਮਨ ਨੂੰ ਧੀਰਜ ਆ ਗਿਆ। ਔਰ ਜਿਸ ਦਿਨ ਦਾ ਗੁਰੂ ਵਾਲਾ ਮਨ ਬਣਿਆ ਹੈ, ਉਸ ਦਿਨ ਤੋਂ ਕਹਿੰਦੇ ਤ੍ਰਿਸ਼ਨਾ ਤਜ ਛੱਡਤੀ ਮਨ ਨੇ ਹੁਣ ਲਾਲਸਾ। ਜਿਹੜੀ ਅਗਾਂਹ ਤੋਂ ਅਗਾਂਹ ਵਸਤੂਆਂ ਹਾਸਲ ਕਰਨ ਦੀਆਂ ਖੁਆਇਸ਼ਾਂ ਸੀ, ਇੱਛਾਵਾਂ ਸੀ, ਉਹ ਮਨ ਨੇ ਆਪਣੀਆਂ ਖੁਆਇਸ਼ਾਂ, ਉਹ ਮਨ ਨੇ ਆਪਣੀਆਂ ਇੱਛਾਵਾਂ ਛੱਡਤੀਆਂ। ਉਹਨਾਂ ਨੂੰ ਛੱਡ ਕੇ ਹੁਣ ਸਹਿਜ ਸੁਖ ਪਾਇਆ। ਹੁਣ ਮਨ ਨੂੰ ਸੁਖ ਮਿਲਿਆ, ਹੁਣ ਮਨ ਅਡੋਲ ਹੋ ਕੇ ਟਿਕਿਆ। ਤੇ ਜੇ ਕਹਿ ਲਈਏ ਵੀ ਮਨ ਦੀ ਭਟਕਣਾ ਦੇ ਵਿੱਚ ਸਭ ਤੋਂ ਵੱਡਾ ਹੱਥ ਲਾਲਸਾਵਾਂ ਦਾ ਹੈ, ਤੇ ਕੋਈ ਅਤਕਥਨੀ ਨਹੀਂ। ਮਨ ਕਿਉਂ ਭਟਕਦਾ? ਲਾਲਸਾਵਾਂ ਬਹੁਤ ਨੇ, ਇੱਛਾਵਾਂ ਬਹੁਤ। ਜਾਂ ਅਸੀਂ ਆਪਣੇ ਮਨ ਨੂੰ ਇਹ ਨਹੀਂ ਸਮਝਾ ਸਕੇ ਵੀ ਜਿੰਨਾ ਉਸ ਮਾਲਕ ਨੇ ਦਿੱਤਾ ਨਾ, ਸਬਰ ਉਸੇ 'ਚ ਹੀ ਆਉਣਾ, ਉਦੋਂ ਵੱਧ ਕੇ ਕਦੇ ਸਬਰ ਨਹੀਂ ਆਇਆ। ਹਾਂ, ਪਰਮੇਸ਼ਵਰ ਵਧੇਕ ਦਵੇ, ਮਤਲਬ ਸੌਖੇ ਜਿਹੇ ਰੂਪ 'ਚ ਕਹਿ ਲਈਏ ਵੀ ਰੱਬ ਨੇ ਜਿੰਨਾ ਦਿੱਤਾ ਓਨੇ 'ਚ ਸਬਰ ਮਨਾ ਕਰ ਲਾ, ਤੇ ਰੱਬ ਜਿੰਨਾ ਦਏਗਾ ਓਨੇ 'ਚ ਸਬਰ ਕਰਨਾ ਸਿੱਖ ਲਾ। ਪਰ ਅਫਸੋਸ, ਮਨ ਨੇ ਰੱਬ ਦੇ ਦਿੱਤੇ 'ਚ ਸਬਰ ਨਹੀਂ ਕੀਤਾ, ਸਗੋਂ ਆਪਣੇ ਆਸ-ਪਾਸ, ਆਪਣੇ ਚੌਗਿਰਦੇ ਨੂੰ ਵੇਖ ਕੇ ਮਨ ਨੇ ਲਾਲਸਾਵਾਂ ਵਧਾਈਆਂ ਨੇ। ਸਬਰ ਕਿੱਥੇ ਹੋਇਆ? ਮਨ ਨੇ ਚੌਗਿਰਦਾ ਵੇਖਿਆ, ਮਨ ਨੇ ਪਰਮੇਸ਼ਵਰ ਨਹੀਂ ਵੇਖਿਆ। ਮਨ ਨੇ ਆਪਣਾ ਆਸਾ ਪਾਸਾ ਵੇਖ ਕੇ ਜੋ ਚੌਗਿਰਦੇ ਵਿੱਚ ਹੁੰਦਾ ਨਜ਼ਰੀ ਪਿਆ, ਮਨ ਨੇ ਉਹੀ ਲਾਲਸਾਵਾਂ ਆਪਣੀਆਂ ਬਣਾ ਲਈਆਂ। ਤੇ ਜੇ ਕਿਤੇ ਮਨ ਚੌਗਿਰਦੇ ਨੂੰ ਵੇਖ ਕੇ ਸਬਰ ਵਿੱਚ ਰਹਿਣਾ ਸਿੱਖ ਲੈਂਦਾ ਵੀ ਰੱਬ ਨੇ ਮੈਨੂੰ ਜਿੰਨਾ ਦਿੱਤਾ ਮੈਂ ਉਹਨੇ ਵਿੱਚ ਖੁਸ਼ ਹਾਂ, ਰੱਬ ਨੇ ਜਿੰਨਾ ਦਿੱਤਾ ਮੈਂ ਉਹਨੇ ਵਿੱਚ ਪ੍ਰਸੰਨ ਹਾਂ, ਮੇਰੀ ਸੰਤੁਸ਼ਟੀ ਹੈ ਕਿ ਪਰਮੇਸ਼ਵਰ ਜੀਓ ਤੁਸੀਂ ਇੰਨਾ ਦੇ ਕੇ ਨਿਵਾਜਿਆ ਹੈ, ਅਗਾਂਹ ਤੁਸੀਂ ਹੋਰ ਬਖਸ਼ਿਸ਼ ਕਰੋਗੇ, ਹੋਰ ਬਹੁਤ ਕੁਝ ਦੇ ਕੇ ਨਿਵਾਜੋਗੇ, ਪਰ ਮੇਰੇ ਮਨ ਨੂੰ ਸਬਰ ਹੈ ਨਹੀਂ। ਸਤਿਗੁਰੂ ਜੀ ਨਾ ਜ਼ਿਕਰ ਕਰਦੇ ਆ, ਕਹਿ ਰਹੇ, ਕਹਿੰਦੇ ਤ੍ਰਿਸ਼ਨਾ ਤਜ,
ਤ੍ਰਿਸ਼ਨਾ ਨੂੰ ਛੱਡ ਕੇ ਹੀ ਸਹਿਜ ਮਿਲਦਾ ਤੇ ਸੁਖ ਪ੍ਰਾਪਤ ਹੁੰਦਾ। ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਇੱਕ ਐਸੀ ਅੱਗ ਹੈ ਜਿਹੜੀ ਹਰ ਹਿਰਦੇ ਵਿੱਚ ਲੱਗੀ ਹੋਈ, ਤੇ ਇਹ ਅੱਗ ਐਸੀ ਲੱਗੀ ਹੈ ਵੀ ਇਹ ਕਦੇ ਮਨ ਨੂੰ ਛੱਡਦੀ ਹੋਈ ਨਹੀਂ। ਮਨ ਇਹਦੇ ਵਿੱਚ ਮੱਚਦਾ ਹੀ ਰਹਿੰਦਾ, ਸਾਰਾ ਦਿਨ ਸੜੀ ਬਲੀ ਜਾਂਦਾ। ਤੇ ਜਿਹੜਾ ਮਨ ਸੜਦਾ ਹੋਵੇ ਉਹਨੂੰ ਸਬਰ ਕਿੱਥੋਂ ਆਵੇ? ਸਬਰ ਤੇ ਉਹਨੂੰ ਹੋਏਗਾ ਜਿਹੜਾ ਠੰਡਾ ਠਾਰ ਹੋਏਗਾ। ਸੌਖੇ ਜਿਹੇ ਰੂਪ 'ਚ ਹੁਣ ਕਿਸੇ ਦੇ ਸਰੀਰ ਨੂੰ ਅੱਗ ਲੱਗੀ ਹੋਵੇ, ਉਹ ਕੀ ਕਹੇਗਾ? ਮੈਂ ਇੱਕ ਥਾਂ ਤੇ ਖੜਾ, ਕੋਈ ਗੱਲ ਨਹੀਂ, ਭੱਜਿਆ ਫਿਰਦਾ ਵੀ ਅੱਗ ਬੁਝਾਓ। ਸਰੀਰ ਨੂੰ ਛੱਡੋ, ਕਿਤੇ ਰਤਾ ਮਾਤਰ ਹੱਥ ਨੂੰ ਸੇਕ ਲੱਗ ਜੇ ਨਾ, ਜਾਂ ਸਰੀਰਕ ਕਿਸੇ ਅੰਗ ਨੂੰ ਸੇਕ ਲੱਗ ਜੇ, ਤੇ ਬੰਦਾ ਦੌੜ ਉੱਠਦਾ, ਭੱਜ ਉੱਠਦਾ ਵੀ ਹੁਣ ਕੋਈ ਇਲਾਜ ਕਰੀਏ। ਤੇ ਜਿਹੜਾ ਮਨ ਰੋਜ਼ ਹੀ ਹਰ ਪਲ ਅੱਗ ਵਿੱਚ ਮੱਚੀ ਜਾਂਦਾ, ਉਹ ਮਨ ਨੂੰ ਸਬਰ ਕਿੱਥੋਂ ਆਵੇ? ਉਹ ਮਨ ਕਿੱਥੋਂ ਧਰਵਾਸ ਧਰੇ? ਤੇ ਇਸ ਲਈ ਜਿਵੇਂ ਫਿਰ ਸਰੀਰਕ ਇਲਾਜ ਵਾਸਤੇ ਮਨੁੱਖ ਯਤਨ ਕਰਦਾ ਨਾ ਵੀ ਇਹਦਾ ਕੋਈ ਇਲਾਜ ਹੋਵੇ, ਜਿਹੜੀ ਸਾੜ, ਜਿਹੜੀ ਤਪਸ਼, ਜਿਹੜਾ ਸੇਕ ਪੈ ਰਿਹਾ, ਉਹਦੇ ਤੋਂ ਕਿਤੇ ਠੰਡਕ ਮਿਲੇ, ਸਕੂਨ ਮਿਲੇ, ਸਬਰ ਮਿਲੇ, ਤੇ ਮਨ ਵੀ ਤ੍ਰਿਸ਼ਨਾ ਦੀ ਅੱਗ 'ਚ ਸੜਦਾ ਨਾ, ਸਕੂਨ ਲੱਭਦਾ। ਕਦੇ ਇਨਡਾਇਰੈਕਟਲੀ ਵੇਖਾਂਗੇ ਨਾ ਜਦੋਂ ਮਨ ਦੀ ਹਾਲਤ, ਤੇ ਚੇਤਾ ਰੱਖਿਓ ਮਨ ਦੇ ਜਿੰਨੇ ਕਰਮ ਨੇ ਨਾ, ਉਹ ਸਾਰੇ ਕਰਨ ਪਿੱਛੇ ਰੀਜ਼ਨ ਇੱਕ ਹੀ ਹੈ, ਸਕੂਨ ਦੀ ਭਾਲ, ਸਬਰ, ਟਕਾ ਦੀ ਭਾਲ, ਖੁਸ਼ੀ। ਬਸ ਆ ਹੈ ਇੱਕ ਮਨ ਜੋ ਚਾਹੁੰਦਾ ਹੈ ਵੀ ਸਕੂਨ ਕਿੱਥੋਂ ਮਿਲੇ। ਫਿਰ ਮਨ ਕੀ ਕਰਦਾ? ਇਹਨੂੰ ਜਿੱਥੋਂ ਪਲ ਦਾ ਸਕੂਨ ਮਿਲਦਾ ਨਾ, ਇਹ ਉਧਰ ਨੂੰ ਤੁਰ ਪੈਂਦਾ। ਸਤਿਗੁਰੂ ਜੀ ਨੂੰ ਇਸੇ ਕਰਕੇ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਣਾ ਪਿਆ ਕਿ ਮਨ ਨੂੰ ਜੇ ਕਿਤੇ ਸਕੂਨ ਵਿਕਾਰਾਂ ਵਿੱਚੋਂ ਵੀ ਮਿਲਿਆ ਨਾ, ਤੇ ਮਨ ਨੇ ਉਹ ਸਕੂਨ ਵੀ ਲੈਣ ਤੋਂ ਇਨਕਾਰ ਨਹੀਂ ਕੀਤਾ, ਕਿਉਂਕਿ ਮਨ ਸਕੂਨ ਦੀ ਭਾਲ ਵਿੱਚ ਹੈ। ਪਰ ਉਸ ਸਕੂਨ ਨੂੰ ਲੈਂਦਾ ਹੋਇਆ ਮਨ ਇਸ ਗੱਲ ਨੂੰ ਭੁੱਲ ਗਿਆ ਕਿ ਏਕ ਨਿਮਖ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੇ। ਇਹਨੂੰ ਭੁੱਲ ਗਿਆ ਵੀ ਜਿਹੜਾ ਸਕੂਨ ਮੈਂ ਲੱਭ ਰਿਹਾ ਨਾ, ਉਹ ਸਕੂਨ ਇੱਕ ਪਲ, ਦੋ ਪਲ ਦਾ ਤੇ ਹੋ ਸਕਦਾ ਹੈ, ਪਰ ਉਹ ਸਕੂਨ ਮੇਰੀ ਸਾਰੀ ਦੀ ਸਾਰੀ ਜ਼ਿੰਦਗੀ ਦੁੱਖਾਂ ਨਾਲ ਭਰ ਦੇਗਾ। ਉਹਨੇ ਮੈਨੂੰ ਸਬਰ ਨਹੀਂ ਦੇਣਾ। ਜਿਹੜੀਆਂ ਕਾਮਨਾਵਾਂ ਦੇ ਪਿੱਛੇ ਮਨ ਭੱਜਿਆ ਫਿਰਦਾ, ਉਹ ਕਾਮਨਾਵਾਂ ਮਨੁੱਖ ਦੇ ਮਨ ਨੂੰ ਸਕੂਨ ਦੇਣਗੀਆਂ, ਪਰ ਪਲ ਦੋ ਪਲ ਦਾ, ਇਦੋਂ ਵੱਧ ਕੇ ਨਹੀਂ। ਤੇ ਮਨ ਉਦੋਂ ਉਹਨਾਂ ਪਦਾਰਥਾਂ ਨੂੰ ਲੈ ਕੇ ਦੁਖੀ ਕਿੰਨਾ ਹੋ ਜਾਂਦਾ। ਫਿਰ ਜਿਹੜੀਆਂ ਕਾਮਨਾਵਾਂ ਮਨੁੱਖ ਆਪਣੇ ਹਿਰਦੇ 'ਚ ਧਰੀ ਬੈਠਾ ਹੈ, ਜਾਂ ਜਿਹੜੀਆਂ ਕਾਮਨਾਵਾਂ ਮਨ ਨੇ ਆਪਣੇ ਹਿਰਦੇ 'ਚ ਰੱਖੀਆਂ ਨੇ, ਉਹਨਾਂ ਕਾਮਨਾਵਾਂ ਨੂੰ ਹਾਸਲ ਕਰਨ ਤੋਂ ਬਾਅਦ ਵਿੱਚ ਮਨ ਦੁਖੀ ਕਿੰਨਾ ਹੁੰਦਾ ਹੈ। ਫਿਰ ਸਾਰੀ ਜ਼ਿੰਦਗੀ ਲਈ ਆਪੇ ਹੀ ਆਪਦੇ ਝਮੇਲੇ, ਆਪੇ ਹੀ ਆਪਦੀਆਂ ਚਿੰਤਾਵਾਂ, ਆਪੇ ਹੀ ਆਪਦੇ ਝੋਰੇ, ਇਹ ਸਾਰੇ ਕੁਝ ਆਪੇ ਹੀ ਪੈਦਾ ਕਰ ਲੈਂਦਾ। ਜਿਵੇਂ ਕੋਈ ਵਸਤੂ, ਸਿਰਫ ਇੱਕ ਸੰਸਾਰਕ ਉਦਾਹਰਣ ਲੈਣ ਵਾਸਤੇ ਮਨ ਨੇ ਆਪਣੇ ਅੰਦਰ ਇੱਕ ਸੰਕਲਪ ਪੈਦਾ ਕੀਤਾ। ਹੁਣ ਉਹ ਸੰਕਲਪ ਸੀ, ਮਨ ਨੇ ਸੰਕਲਪ ਐਸਾ ਬਣਾਇਆ, ਤੇ ਉਹ ਸੰਕਲਪ ਪੂਰਾ ਕਰਨ ਵਾਸਤੇ ਸਰੀਰ ਨੂੰ ਲਾ ਲਿਆ। ਕਿਉਂਕਿ ਮਨ ਨੇ ਸੰਕਲਪ ਦੇ ਨਾਲ ਨਾਲ ਇੱਕ ਵਿਚਾਰ ਇਹ ਵੀ ਪੈਦਾ ਕਰਤੀ ਨਾ, ਆਹ ਪਦਾਰਥ ਮਿਲ ਗਿਆ ਨਾ, ਬਸ ਇਦੋਂ ਬਾਅਦ ਚ ਖਤਮ, ਇਸ ਤੋਂ ਬਾਅਦ ਚ ਕੋਈ ਵੀ ਚੀਜ਼ ਦੀ ਕਮੀ ਨਹੀਂ, ਇਸ ਤੋਂ ਬਾਅਦ ਵਿੱਚ ਸਾਰੀਆਂ ਲਾਲਸਾਵਾਂ ਮੁੱਕ ਜਾਣਗੀਆਂ, ਬੜੀ ਖੁਸ਼ੀ ਮਿਲੇਗੀ। ਮਨ ਨੇ ਨਾਲ ਇੱਕ ਆਹ ਵਿਚਾਰ ਵੀ ਦਿੱਤੀ, ਇਕੱਲਾ ਸੰਕਲਪ ਨਹੀਂ ਪੈਦਾ ਹੋਇਆ ਵੀ ਆਹ ਵਸਤੂ ਹਾਸਲ ਕਰਨੀ, ਨਹੀਂ,
ਉਸ ਵਸਤੂ ਨੂੰ ਹਾਸਲ ਕਰਨ ਦੇ ਨਾਲ ਨਾਲ ਇੱਕ ਵਿਚਾਰ ਵੀ ਨਾਲ ਪੈਦਾ ਹੋਈ ਕਿ ਇਹ ਵਸਤੂ ਜੇ ਕਿਤੇ ਮਿਲ ਗਈ ਨਾ, ਇਸ ਤੋਂ ਬਾਅਦ ਚ ਮੈਂ ਰੱਜ ਜਾਵਾਂਗਾ। ਸ਼ਾਇਦ ਸੰਕਲਪ ਪਿੱਛੇ ਮਨ ਨਾ ਭੱਜਦਾ, ਸੰਕਲਪ ਪਿੱਛੇ ਕਾਇਆ ਨਾ ਦੌੜਦੀ, ਪਰ ਜਿਹੜੀ ਆ ਵਿਚਾਰ ਹੈ ਨਾ ਵੀ ਇਦੋਂ ਬਾਅਦ ਚ ਮੈਂ ਰੱਜ ਜਾਵਾਂਗਾ, ਇਹਨੇ ਦੌੜਨ ਨੂੰ ਮਜਬੂਰ ਕਰਤਾ। ਵੀ ਸ਼ਾਇਦ ਇਦੋਂ ਬਾਅਦ ਚ ਸਬਰ ਮਿਲ ਜੇ। ਹੁਣ ਗੱਲ ਤੇ ਸਬਰ ਦੀ ਸੀ, ਮਨ ਭੱਜਿਆ ਫਿਰਿਆ, ਹੁਣ ਵਸਤੂ ਆ ਗਈ। ਸੰਕਲਪ ਸੀ, ਸੁਭਾਵਿਕ ਜਿਹੀ ਗੱਲ ਹੈ, ਜਿਹੜਾ ਸੰਕਲਪ ਮਨ ਵਿੱਚ ਉਪਜ ਪਏ ਨਾ, ਇਨਸਾਨ ਉਹਨੂੰ ਪੂਰਿਆਂ ਜ਼ਰੂਰ ਕਰਦਾ। ਪੂਰਾ ਕਰ ਲਿਆ। ਹੁਣ ਉਹ ਵਸਤੂ ਲੈ ਆਂਦੀ, ਪਦਾਰਥ ਲੈ ਆਂਦਾ, ਮਨ ਬੜਾ ਖੁਸ਼ ਵੀ ਅੱਜ ਆਪਣਾ ਸੰਕਲਪ ਪੂਰਾ ਹੋ ਗਿਆ। ਉਹ ਪਲ, 2 ਪਲ, 4 ਪਲ ਬੜਾ ਖੁਸ਼। ਹੁਣ ਉਸ ਵਸਤੂ ਦੇ ਨਾਲ ਨਾਲ ਚਿੰਤਾਵਾਂ ਕਿੰਨੀਆਂ ਲੈ ਕੇ ਆਇਆ। ਮਨ ਕੱਲੀ ਵਸਤੂ ਨਹੀਂ ਲੈ ਕੇ ਆਇਆ, ਕੱਲਾ ਪਦਾਰਥ ਨਹੀਂ ਲੈ ਕੇ ਆਇਆ, ਉਹਦੇ ਨਾਲ ਚਿੰਤਾਵਾਂ ਕਈ ਲੈ ਕੇ ਆਇਆ। ਉਹਦੇ ਨਾਲ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਆਇਆ। ਉਹਦੇ ਨਾਲ ਕਈ ਤਰ੍ਹਾਂ ਦੇ ਰੋਗ ਵੀ। ਇਨਸਾਨ ਸਭ ਤੋਂ ਵੱਡਾ ਰੋਗ ਹੀ ਚਿੰਤਾ ਦਾ। ਜਿੱਥੇ ਚਿੰਤਾ ਆ ਜਾਏ ਉੱਥੇ ਕਿਹੜਾ ਰੋਗ ਪਿੱਛੇ ਰਹਿ ਜਾਂਦਾ। ਜਿਹੜੀ ਵਸਤੂ ਲੈ ਕੇ ਆਇਆ ਮਨ, ਉਹ ਵਸਤੂ ਹੁਣ ਆਪਣੇ ਨਾਲ ਰੋਗ ਕਿੰਨੇ ਲੈ ਕੇ ਆਈ, ਆਪਣੇ ਨਾਲ ਚਿੰਤਾਵਾਂ ਕਿੰਨੀਆਂ ਲੈ ਕੇ ਆਈ। ਉਹ ਵਸਤੂ ਆਪਣੇ ਨਾਲ ਕਿੰਨੇ ਜ਼ਿਆਦਾ ਝੋਰੇ ਲੈ ਕੇ ਆਈ ਹੈ। ਹੁਣ ਇਹ ਸਾਰੇ ਭੋਗਣੇ ਕਿੰਨੇ? ਮਨ ਨਹੀਂ ਭੋਗਣੇ ਨੇ ਨਾ। ਬਸ ਖੇਡ ਸੀ ਵੀ ਆ ਸੰਕਲਪ ਪੂਰਾ ਕਰਨਾ। ਬਾਪੂ ਜੀ ਕਹਿੰਦੇ ਤ੍ਰਿਸ਼ਨਾ ਤਜ, ਜਿੱਦਣ ਦੀ ਆ ਮੁੱਕੀ ਹੈ ਨਾ, ਜਿੱਦਣ ਦੀ ਆ ਤ੍ਰਿਸ਼ਨਾ ਛੱਡੀ, ਅੱਗ ਬੁੱਝੀ ਹੈ, ਕਹਿੰਦੇ ਸਹਿਜ ਸੁਖ ਪਾਇਆ। ਉਦਣ ਦਾ ਬੜਾ ਸਬਰ, ਹੁਣ ਕਦੇ ਲਾਲਸਾ ਪੈਦਾ ਹੀ ਨਹੀਂ ਹੋਈ। ਫਿਰ ਇੱਕੋ ਮਨ ਵਸਾਵਣੇ ਆ। ਕਹਿੰਦੇ ਉਦਣ ਦਾ ਮਨ ਕਹਿੰਦਾ ਵੀ ਸੱਜਣਾ, ਜੇ ਕਿਤੇ ਸਬਰ ਕਰਨਾ ਨਾ ਤੇ ਪਰਮੇਸ਼ਵਰ ਦੇ ਨਾਲ ਆਪਣਾ ਚਿੱਤ ਜੋੜ ਲਾ, ਕਿਉਂਕਿ ਉਹ ਵਸਤੂ ਐਸੀ ਹੈ ਜਿਹੜੀ ਰੋਜ਼ ਸਕੂਨ ਦਿੰਦੀ ਹੈ। ਉਹ ਪਦਾਰਥ ਐਸਾ ਹੈ, ਉਹਦਾ ਨਾਮ ਰੂਪੀ ਪਦਾਰਥ ਐਸਾ ਹੈ, ਉਹਦਾ ਯਾਦ ਰੂਪੀ ਪਦਾਰਥ ਐਸਾ ਜਿਹੜਾ ਰੋਜ਼ ਸਕੂਨ ਦਿੰਦਾ ਹੈ। ਕਿਉਂਕਿ ਮਨ ਦੀ ਲਾਲਸਾ ਰੋਜ਼ ਨਵੇਂ ਪਦਾਰਥ ਹਾਸਲ ਕਰਨ ਦੀ ਹੈ, ਤੇ ਮੇਰਾ ਸਾਹਿਬ ਜਿਹੜਾ ਉਹ ਨਿਤਾ ਪ੍ਰਤੀ ਉਹ ਨਵਾਂ ਹੈ, ਜਿਹੜਾ ਰੋਜ਼ ਮਨ ਨੂੰ ਸਬਰ ਤੇ ਸਕੂਨ ਦਿੰਦਾ ਹੈ। ਇਹ ਜਗ ਭੁਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੁਭਾਇਆ। ਅਨ ਦਿਨ ਸਦਾ ਫਿਰੈ ਭ੍ਰਮ ਭੁਲਾ, ਬਿਨ ਨਾਵੇ ਦੁਖ ਪਾਵਣਿਆ। ਇਹ ਜਗ ਭੁੱਲਾ ਤੈਂ ਆਪ ਭੁਲਾਇਆ। ਰੱਬ ਜੀ ਜਗਤ ਭੁੱਲਿਆ ਤੇ ਹੋਇਆ, ਪਰ ਤੁਹਾਡਾ ਹੀ ਭੁਲਾਇਆ ਹੋਇਆ। ਤੇ ਐਸਾ ਭੁਲਾਇਆ ਆਪ ਜੀ ਨੇ ਨਾ, ਇੱਕ ਵਿਸਾਰ ਦੂਜੇ ਲੋਭਾਇਆ। ਇਹ ਬਸ ਸਾਰੀ ਜ਼ਿੰਦਗੀ ਦੂਜੇ ਨਾਲ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚੇ ਦੇ ਹੱਥ ਵਿੱਚ ਮਾਂ ਖਿਡੌਣੇ ਕਿਉਂ ਫੜਾਉਂਦੀ ਹੈ? ਵੀ ਇਹ ਮੈਨੂੰ ਭੁੱਲ ਕੇ ਇਹਨਾਂ ਨਾਲ ਖੇਡਣ ਲੱਗ ਜਾਏ, ਇਸੇ ਕਰਕੇ ਫੜਾਉਂਦੀ ਵੀ ਤਾਂ ਜੋ ਇਹ ਖਿਡੌਣਿਆਂ ਨਾਲ ਖੇਡਣ ਲੱਗ ਜਾਏ ਤੇ ਮੈਂ ਘਰ ਦਾ ਕੰਮਕਾਰ ਸੰਭਾਲ ਲਾਂ। ਹੁਣ ਉੱਥੇ ਮਕਸਦ ਕੀ ਹੈ ਮਾਤਾ ਦਾ? ਉਹਦਾ ਮੋਟਿਵ ਇਹ ਥੋੜੀ ਵੀ ਮੈਂ ਆਪਣੇ ਬੱਚੇ ਨੂੰ ਸੁੱਟ ਦੇਣਾ ਜਾਂ ਆਪਣੇ ਬੱਚੇ ਨੂੰ ਘਰੋਂ ਭਜਾ ਦੇਣਾ, ਨਹੀਂ। ਉੱਥੇ ਉਹਦਾ ਮੋਟਿਵ ਸਿਰਫ ਇਹ ਸੀ ਵੀ ਇਹ ਕੁਝ ਘੜੀਆਂ, ਕੁਝ ਪਲ ਖੇਡ ਲਏ ਤੇ ਮੈਂ ਘਰ ਦਾ ਕੰਮਕਾਰ ਸੰਭਾਲ ਲਾਂ।
ਤੇ ਹੁਣ ਉਹ ਇਹ ਨਹੀਂ ਹੈ ਮਾਂ ਦਾ ਮੰਤਵ ਵੀ ਮੈਨੂੰ ਬੱਚੇ ਨਾਲ ਨਫ਼ਰਤ ਹੈ, ਮੈਂ ਤੇ ਇਹਨੂੰ ਦੁਖੀ ਕਰਨਾ, ਮੈਂ ਤੇ ਇਹਨੂੰ ਇਸੇ ਕਰਕੇ ਇਕੱਲਿਆਂ ਛੱਡਿਆ ਵੀ ਇਹ ਰੋਵੇ ਕੁਰਲਾਵੇ ਨਾ। ਇਹ ਮੋਟਿਵ ਹੈ ਹੀ ਨਹੀਂ ਉਹਦਾ। ਉਹਦਾ ਤੇ ਇਹ ਸੀ ਵੀ ਖੇਡ ਰਿਹਾ, ਖੇਡ ਲਵੇ, ਮੈਂ ਘਰ ਦਾ ਕੰਮਕਾਰ ਸੰਭਾਲ ਲਾਂ, ਜੇ ਕਿਤੇ ਉਹ ਨਾ ਖੇਡੇ। ਫਿਰ ਕੀ ਕਰਦੀ ਮਾਂ? ਫਿਰ ਉਹਨੂੰ ਗੋਦੀ ਚੁੱਕ ਲੈਂਦੀ, ਚੁੱਕ ਕੇ ਫਿਰ ਉਹਨੂੰ ਸਵਾ ਦਿੰਦੀ ਵੀ ਇਹ ਸੌਂ ਜੇ, ਮੈਂ ਕੰਮਕਾਰ ਸੰਭਾਲ ਲਾਂ। ਹੁਣ ਦੋ ਚੀਜ਼ਾਂ ਹੋ ਗਈਆਂ ਨਾ, ਇੱਕ ਖੇਡਣਾ ਤੇ ਇੱਕ ਸੌਣਾ। ਉਹ ਦੋਵਾਂ ਚੋਂ ਜਿਹੜਾ ਮਰਜ਼ੀ ਕਰਮ ਕਰ ਲੇ, ਮਾਂ ਜਿਸ ਮਰਜ਼ੀ ਕਰਮ ਵਿੱਚ ਬੱਚੇ ਨੂੰ ਲਾ ਲੇ, ਪਰ ਮਾਂ ਨਫ਼ਰਤ ਨਹੀਂ ਕਰਦੀ ਵੀ ਮੈਂ ਤੈਨੂੰ ਰੋਣ ਲਈ ਛੱਡਿਆ, ਮੈਂ ਤੈਨੂੰ ਦੁੱਖਾਂ ਵਿੱਚ ਸੁੱਟਿਆ, ਨਹੀਂ। ਇਸੇ ਤਰ੍ਹਾਂ ਨਾ ਰੱਬ ਜੀ ਨੇ ਸਾਨੂੰ ਖਿਡੌਣੇ ਵੀ ਦਿੱਤੇ ਤੇ ਸਾਨੂੰ ਗਫਲਤ ਦੀ ਨੀਂਦਰ ਵੀ ਦਿੱਤੀ। ਗਲਤਾਨ ਹੋ ਜਾਣਾ। ਅਸੀਂ ਖਿਡੌਣਿਆਂ ਨਾਲ ਖੇਡਦਿਆਂ ਖੇਡਦਿਆਂ ਇੰਨੇ ਮਸਤ ਹੋ ਗਏ, ਚੇਤੇ ਹੀ ਨਹੀਂ ਆਇਆ ਰੱਬ, ਮਾਂ ਚੇਤੇ ਹੀ ਨਹੀਂ ਆਈ। ਹੁਣ ਜਿਹੜਾ ਬੱਚਾ ਖਿਡੌਣਿਆਂ 'ਚ ਲੱਗ ਜਾਏ, ਖੇਡਣ ਲੱਗ ਜਾਏ, ਮਾਂ ਵੀ ਕਹਿੰਦੀ ਵੀ ਖੇਡੀ ਜਾਂਦਾ, ਕੋਈ ਗੱਲ ਨਹੀਂ, ਮੈਂ ਹੁਣ ਇਹਨੂੰ ਕਿਉਂ ਛੇੜਨਾ, ਖੇਡ ਰਿਹਾ। ਉਹ ਆਪਦਾ ਕਾਰੋਬਾਰ ਸੰਭਾਲਦੀ ਹੈ, ਕੰਮ ਕਾਰ ਕਰਦੀ ਹੈ, ਸਭ ਕੁਝ ਕਰੀ ਜਾਂਦੀ, ਉਹ ਪਤਾ ਵੀ ਖੇਡਣ ਲੱਗਾ ਹੋਇਆ। ਹੁਣ ਉਹ ਖੇਡਦਾ ਖੇਡਦਾ ਸੌਂ ਜਾਏ, ਮਾਂ ਦੀ ਚਿੰਤਾ ਹੋਰ ਘਟ ਗਈ ਵੀ ਸੌਂ ਗਿਆ, ਰੋਇਆ ਨਹੀਂ, ਕੁਰਲਾਇਆ ਨਹੀਂ। ਉਹ ਮਾਂ ਨੇ ਕਾਰੋਬਾਰ ਸੰਭਾਲ ਲਿਆ, ਸਾਰੇ ਘਰ ਦੇ ਕਾਰ ਵਿਹਾਰ ਕਰ ਲਏ, ਫਿਰ ਰੋਟੀ ਪਾਣੀ ਵਾਲੇ ਪਾਸੇ ਕਿਉਂ ਸਾਰਾ ਦਿਨ ਇਸੇ ਕੰਮਾਂ 'ਚ ਲੰਘ ਜਾਂਦਾ। ਸਾਡੀ ਹਾਲਤ ਪਤਾ ਕੀ, ਅਸੀਂ ਖਿਡੌਣਿਆਂ ਨਾਲ ਖੇਡੀ ਜਾਂਦੇ ਹਾਂ, ਫਿਰ ਸੌਂ ਜੀਦਾ, ਫਿਰ ਉੱਠੀਦਾ, ਫਿਰ ਖਿਡੌਣਿਆਂ ਨਾਲ ਖੇਡਣ ਲੱਗ ਜਾਂਦੇ ਹਾਂ, ਫਿਰ ਨੀਂਦ ਆ ਜਾਂਦੀ। ਬਸ ਇਹਨਾਂ ਦੋਨਾਂ ਕੰਮਾਂ 'ਚ ਹੀ ਜ਼ਿੰਦਗੀ ਲੰਘ ਜਾਂਦੀ। ਰੱਬ ਨੂੰ ਅਸੀਂ ਇੱਕ ਦਿਨ ਵੀ ਆਵਾਜ਼ ਨਹੀਂ ਮਾਰ ਸਕੇ। ਤੇ ਕਸੂਰ ਪਤਾ ਕੀ, ਲੈ ਰੱਬ ਨੇ ਆਪੇ ਹੀ ਲਾਇਆ ਹੋਇਆ, ਰੱਬ ਨੇ ਤੇ ਲਾ ਦਿੱਤਾ ਸੀ। ਉਹਨੇ ਇਹ ਥੋੜੀ ਕਿ ਅਸੀਂ ਇੱਥੇ ਹੀ ਮਸਤ ਹੋ ਕੇ ਰਹਿ ਜੀ, ਜਾਂ ਮਾਂ ਨੇ ਜੇ ਖਿਡੌਣੇ ਫੜਾਏ ਤੇ ਮਾਂ ਨੇ ਇਹ ਥੋੜੀ ਕਿ ਪੁੱਤਰਾ ਇੱਥੇ ਹੀ ਮਸਤ ਹੋ ਕੇ ਬੈਠਾ ਰਹੀਂ। ਉਹ ਤੇ ਇਸ ਉਡੀਕ ਵਿੱਚ ਬੈਠੀ ਹੈ, ਤੂੰ ਰੋਵੇਂ ਤੇ ਮੈਂ ਤੈਨੂੰ ਗੋਦੀ ਚੁੱਕਾਂ, ਤੂੰ ਇੱਕ ਵਾਰੀ ਕਵੇਂ ਮਾਂ ਤੇ ਮਾਂ ਦੌੜੀ ਆਏਗੀ ਸਾਰੇ ਕਾਰ ਵਿਹਾਰ ਛੱਡ ਕੇ। ਖਿਆਲ ਰੱਖਿਓ, ਮਾਂ ਦੇ ਨੂੰ ਜਦੋਂ ਆਵਾਜ਼ ਬਾਲਕ ਮਾਰਦਾ ਨਾ, ਫਿਰ ਭਾਵੇਂ ਰੋਟੀ ਤਵੇ ਤੇ ਪਈ ਸੜਦੀ ਕਿਉਂ ਨਾ ਹੋਵੇ, ਪਹਿਲੋਂ ਜਾ ਕੇ ਉਹ ਬੱਚੇ ਨੂੰ ਸਾਂਭਦੀ। ਪਰ ਗੱਲ ਤੇ ਰੋਣ ਦੀ ਹੈ। ਅਸੀਂ ਖਿਡੌਣਿਆਂ 'ਚ ਮਸਤੀ ਇੰਨਾ ਹੋ ਗਏ ਵੀ ਲੋੜ ਹੀ ਨਹੀਂ ਪਈ, ਜਾਂ ਗਫਲਤ ਦੀ ਨੀਂਦ ਵਿੱਚ ਸੌਂ ਹੀ ਇੰਨਾ ਕੁ ਗਏ, ਆਵਾਜ਼ ਮਾਰੀ ਹੋਈ ਨਹੀਂ ਕਦੇ। ਤੇ ਬਾਪੂ ਜੀ ਕੀ ਕਹਿੰਦੇ, ਇਹ ਜੱਗ ਭੁੱਲਾ, ਇਹ ਭੁੱਲਿਆ ਹੋਇਆ, ਤੈਂ ਆਪ ਭੁਲਾਇਆ। ਰੱਬ ਜੀ ਭੁਲਾਇਆ ਵੀ ਤੁਸੀਂ ਆਪ ਹੀ ਹੈ, ਕਿਉਂਕਿ ਖਿਡੌਣੇ ਹੀ ਇਹਨਾਂ ਅੱਗੇ ਇੰਨੇ ਕੁ ਸੁੱਟ ਤੇ ਇਹ ਕਹਿੰਦੇ ਵੀ ਲੈ ਨਿੱਤ ਨਵਾਂ ਖਿਡੌਣਾ ਮਿਲਦਾ, ਇਹ 'ਚ ਕਿਹੜੀ ਗੱਲ ਹੈ। ਫਿਰ ਇਸ ਜਗਤ ਨੇ ਇੱਕ ਛੱਡ ਹੀ ਦਿੱਤਾ ਨਾ, ਇੱਕ ਵਿਸਾਰ, ਇੱਕ ਨੂੰ ਵਿਸਾਰ ਕੇ ਇੱਕ ਵਿਸਾਰਤਾ ਇਹਨਾਂ ਨੇ, ਦੂਜਾ ਲੋਭਾਇਆ। ਹੁਣ ਖਿਡੌਣਿਆਂ ਵਿੱਚ ਹੀ ਲੋਭੇ ਹੋਏ ਨੇ। ਰੋਜ਼ ਹੱਥ ਜੋੜ ਕੇ ਬਸ ਆਪਣੇ ਮਕਸਦ ਵਾਸਤੇ ਇਹ ਕਹਿ ਦਿੰਦੇ ਵੀ ਰੱਬਾ ਆਹ ਖਿਡੌਣਾ ਚਾਹੀਦਾ। ਹੁਣ ਮਤਲਬ ਕੋਈ ਨਾ ਕੋਈ ਇੱਛਾ ਰੱਬ ਅੱਗੇ ਰੱਖ ਦੇਣੀ ਵੀ ਆਹ ਇੱਛਾ ਪੂਰੀ ਕਰ ਦੋ ਬਸ। ਉਹਨੂੰ ਤੇ ਕਦੇ ਕਿਹਾ ਹੀ ਨਹੀਂ ਨਾ ਵੀ ਰੱਬਾ ਖਿਡੌਣੇ ਕੀ ਕਰਨੇ, ਅੱਗੇ ਬੜਾ ਢੇਰ ਲੱਗਾ ਵੀ ਹੁਣ ਹੋਰ ਅਸੀਂ ਇਕੱਠੇ ਕਰਕੇ ਕੀ ਕਰਾਂਗੇ। ਹੁਣ ਅਸੀਂ ਚਾਹੁੰਦੇ ਹਾਂ ਵੀ ਮੇਰੀ ਇਹ ਮਾਏ, ਮੈਂ ਤੇਰੀ ਗੋਦ ਦਾ ਸੁੱਖ ਮਾਣਾ। ਕਿਤੇ ਮਨ ਕਵੇ ਨਾ ਵੀ ਰੱਬਾ ਖਿਡੌਣੇ ਤੇ ਬਹੁਤ ਸੰਸਾਰਕ, ਮੈਂ ਇੱਥੇ ਖਿਡੌਣੇ ਲਫ਼ਜ਼ ਸੰਸਾਰਕ ਪਦਾਰਥਾਂ ਲਈ ਵਰਤ ਰਿਹਾ ਜਿਹੜੇ ਇਨਸਾਨ ਆਪਣੀ ਜ਼ਿੰਦਗੀ 'ਚ ਲਈ ਫਿਰਦਾ। ਕਿਹੜੀ ਚੀਜ਼ ਦੀ ਕਮੀ ਹੈ? ਘਰ ਉਹ ਬਹੁਤ ਸੋਹਣਾ ਰੱਬ ਨੇ ਦਿੱਤਾ, ਵਸਤੂਆਂ ਬੜੀਆਂ ਸੋਹਣੀਆਂ ਦੇ ਕੇ ਨਵਾਜੀਆਂ, 2 ਵਕਤ 3 ਵਕਤ ਦਾ ਪ੍ਰਸ਼ਾਦਾ ਰੱਬ ਬੜਾ ਸੋਹਣਾ ਦੇ ਰਿਹਾ। ਹੁਣ ਇਹ ਤੋਂ ਵੱਧ ਕੇ ਕੀ ਚਾਹੀਦਾ? ਤੇ ਜੇ ਫਿਰ ਵੀ ਅਸੀਂ ਇਹਨਾਂ ਪਦਾਰਥਾਂ 'ਚ ਹੀ ਉਲਝੇ ਹੋਏ ਤੇ ਫਿਰ ਉਹਦੇ ਅੱਗੇ ਆ ਕੇ ਰੋਜ਼ ਆਖਣਾ ਵੀ ਆਹ ਖਿਡੌਣਾ ਰਹਿ ਗਿਆ, ਆਹ ਵੀ ਦੇ ਦੇ, ਅੱਜ ਮੇਰੀ ਇੱਛਾ ਇਸ ਖਿਡੌਣੇ ਨੂੰ ਹਾਸਲ ਕਰਨ ਦੀ ਹੈ, ਇਹ ਵੀ ਪਦਾਰਥ ਦੇ ਦੇ।
मैं कदे आके उन्होंने ये नहीं आखिया भी रब जी अज वस्तु नहीं मंगण आया, अज मैं तैनू मंगण आया, अज तेरी गोद मंगण आया, भी अज पदार्थ नहीं चाहिए, नहीं मंगया कदे। फिर कहते अन दिन सदा फिरै भ्रम भुला। हुण दिन रात की है, फिरदा होया भरम विच भुलिया होया, भटकदा फिरदा, ते सच अखीर यही है, खिडौणे कदे वो प्यार नहीं दे सकते जिहड़ा प्यार एक मां ते प्यो ने देना, वो कदे प्रेम नहीं देणगे। ते मालिक जी कहंदे जिहड़ा असल च सुख रब जी दी गोद ने, रब जी दे नाम ने, रब जी दे चिंतन ने देना ना, वो इन्हां संसारक पदार्थां चों नहीं मिलना। इसलिए बिन नावै दुख पावणिया, नाम तो बिना ते जीव दुख ही पाउंदा है। उहदे चिंतन तो बिना, उहदी याद तो बिना ते इंसान दुखी ही हुंदा है। भावें लख पदार्थ मिल जाण, लखां पदार्थां च बैठा इंसान भी मन करके परेशान बैठा है। जिंदगियां ने लखां पदार्थ, लखां टके धन, करोड़ां दे विच धन जोड़ के बैठा इंसान भी मन करके कदे पुछ के वेखियो भी किदां दा महसूस कर रहे हैं, ते वो मन करके परेशान बैठा। इहदा मतलब इन्हां पदार्थां ते इन्हां वस्तुआं विच सुख नहीं, सुख है ते किहदे विच? रब जी दे चिंतन ते रब जी दी भगती विच। ते साहिब कहंदे बिन नावै नाम तो बिना दुख पावणिया, मनुखा तू सिवाए दुखां तो कुछ भी हासिल नहीं कर सकदा। जो रंग राते कर्म विधाते, गुर सेवा ते जुग चारे जाते। जिसनो आप दे वड्याई, हर के नाम समावणिया। जो रंग राते, ਜਿਹੜੇ रंग विच रते गए किहदे? कर्म विधाते। कर्म विधाता इत्थे लिखिया गया कर्मां नूं रचनहार, मतलब हरि परमात्मा। ਜਿਹੜੇ जीव रब जी दे रंग विच रंगे गए, गुर सेवा ते जुग चारे जाते, वो गुरु दी सेवा सदका हर वेले शोभा वाले बन गए, वडियाई वाले बन गए। हुण जिसनों आप दे वडियाई, कहंदे जिन्हों वो आप वडियाई दिंदा है, कौन? अकाल पुरख परमेश्वर। हर के नाम समावणिया, वो जीव रब दे नाम विच समा जांदा। वो कर्मां दा रचनहार है, जिन्ने अपना आपा उहदे रंग विच रंग लिया, रंगे आ गया। जिहड़ा उहदे रंग विच रंगे आ गया, उन्हें गुरु दी सेवा कमाई। हुण गुरु दी सेवा कमाउण सदका की होया? मनुख सारे पासे शोभा वाला बन गया। चौहों जुगां दे विच गुरु साहब कहंदे गुर सेवा ते जुग चारे जाते। जुग चारे तो भाव भी सारे समियां, हर समय विच की हो गया? जाते, शोभा वाला बन गया। हुण जिन्ने गुरु दी सेवा नूं कमाया ते अपना आपा गुरु दे रंग विच, रब जी दे रंग विच रंग लिया। हुण कहंदे फिर परमेश्वर की करदा? उहदी झोली च आप वडियाई पाउंदा है। जिन्हों सतगुरु जी ने बाणी, ए मन हर जी ध्याए तू, एक मन एक चित भाए, हर कीआं सदा सदा वडियाइयां, दे ना पछोताए। हुण मन नूं ते रब, मन नूं ते बार बार कहा भी रब नूं ध्या, रब नूं चेते कर।
ਰੱਬ ਨੂੰ ਚੇਤੇ ਕਰਨ ਤੋਂ ਭਾਵ ਇਹ ਹੈ ਮਨ ਦਾ ਨਿਰਸੰਕਲਪ ਔਰ ਵਿਕਲਪ ਹੋ ਜਾਣਾ। ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਨਿਰਵਿਚਾਰ ਹੋ ਜਾਣਾ ਮਨ ਦਾ। ਨਿਰਵਿਚਾਰ ਹੋ ਜਾਣ ਤੋਂ ਭਾਵ ਇੱਕ ਥਾਂ ਜਦੋਂ ਵਿਚਾਰ ਉਪਜਣਗੇ ਮਤਲਬ ਮਨ ਭਟਕ ਰਿਹਾ। ਜਦੋਂ ਨਿਰਸੰਕਲਪ ਹੋ ਗਿਆ ਇਹਦਾ ਮਤਲਬ ਮਨ ਟਿਕ ਗਿਆ, ਕੋਈ ਸੰਕਲਪ ਨਹੀਂ। ਸੰਕਲਪ ਹੋਏਗਾ ਤੇ ਵਿਕਲਪ ਹੋਏਗਾ, ਸੰਕਲਪ ਤੋਂ ਹੀ ਵਿਕਲਪ ਨੇ ਪੈਦਾ ਹੋਣਾ। ਸੰਕਲਪ ਮਤਲਬ ਵਿਚਾਰਾਂ ਦਾ ਬਣਨਾ, ਵਿਕਲਪ ਮਤਲਬ ਬਣੀਆਂ ਵਿਚਾਰਾਂ ਦਾ ਖਤਮ ਹੋ ਜਾਣਾ। ਜੇ ਵਿਚਾਰਾਂ ਪੈਦਾ ਹੋਣਗੀਆਂ ਤੇ ਖਤਮ ਹੋਣਗੀਆਂ, ਜੇ ਪੈਦਾ ਹੀ ਨਾ ਹੋਣ ਫਿਰ ਵੀ ਖਤਮ ਵੀ ਨਹੀਂ ਹੋਣੀਆਂ। ਜਿਹੜਾ ਮਨ ਨਿਰਸੰਕਲਪ ਹੋ ਗਿਆ ਉਹ ਮਨ ਭਟਕਣੋਂ ਹਟ ਗਿਆ, ਉਹ ਟਿਕ ਗਿਆ। ਹੁਣ ਟਿਕਿਆ ਹੋਇਆ ਮਨ ਕਦੇ ਦੁਖੀ ਨਹੀਂ ਹੁੰਦਾ, ਕਾਰਨ ਉਹ ਦੂਜਿਆਂ ਦੀਆਂ ਵਸਤੂਆਂ ਵੇਖ ਵੇਖ ਕੇ ਤੜਫਦਾ ਨਹੀਂ, ਉਹ ਤਾਂ ਟਿਕਿਆ ਹੋਇਆ, ਸੰਕਲਪ ਹੀ ਨਹੀਂ ਪੈਦਾ ਹੋਣ ਦਿੰਦਾ। ਉਹ ਤੇ ਹਮੇਸ਼ਾ ਮਨ ਉਹ ਦੁਖੀ ਹੁੰਦਾ ਜਿਹਦੇ ਚ ਸੰਕਲਪ ਪੈਦਾ ਹੁੰਦੇ ਨੇ। ਉਹ ਮਨ ਕਦੇ ਦੁਖੀ ਨਹੀਂ ਹੋਇਆ ਜਿਹਦੇ ਚ ਸੰਕਲਪ ਨਹੀਂ। ਔਰ ਸੰਕਲਪ ਇੱਥੇ ਮੈਂ ਉਹ ਸੰਕਲਪ ਦੀ ਗੱਲ ਕਰ ਰਿਹਾ ਜਿਹੜਾ ਦੂਜਿਆਂ ਨੂੰ ਵੇਖ ਕੇ ਅੰਦਰ ਸੰਕਲਪ ਪੈਦਾ ਹੋਣੇ, ਪਦਾਰਥ ਵੇਖ ਵੇਖ ਸੰਸਾਰ ਦੇ, ਉਹ ਉਦੋਂ ਸੰਕਲਪਾਂ ਦਾ। ਵੈਸੇ ਮਨ ਵਿੱਚ ਸੰਕਲਪ ਦਾ ਉਪਜਣਾ ਵੀ ਮੈਂ ਅਕਾਲ ਪੁਰਖ ਜੀ ਨੂੰ ਚੇਤੇ ਕਰਾਂ, ਰੱਬੀ ਬਾਣੀ ਪੜਾਂ, ਰੱਬੀ ਚਿੰਤਨ ਵਿੱਚ ਜੁੜਾਂ, ਇਹ ਲਾਜ਼ਮੀ ਵੀ ਹੈ। ਪਰ ਮਨ ਅੰਦਰ ਇਹਨਾਂ ਸੰਕਲਪਾਂ ਦਾ ਉਪਜਣਾ ਵੀ ਉਹਦੇ ਕੋਲ ਆਹ ਪਦਾਰਥ ਹੈ, ਆਪਾਂ ਹੁਣ ਉਦੋਂ ਵੱਧ ਕੇ ਲੈ ਕੇ ਆਵਾਂਗੇ। ਜੇ ਉਹਦੇ ਕੋਲ ਇਹ ਵਸਤੂ ਹੈ ਤੇ ਆਪਾਂ ਉਦੋਂ ਘੱਟ ਨਹੀਂ, ਆਪਾਂ ਉਦੋਂ ਵੱਡਾ ਪਦਾਰਥ ਲੈ ਕੇ ਆਵਾਂਗੇ। ਜਦੋਂ ਇਹ ਸੰਕਲਪ ਪੈਦਾ ਹੋ ਰਹੇ ਇਹਦਾ ਮਤਲਬ ਮਨ ਅਜੇ ਸ਼ਾਂਤ ਨਹੀਂ ਹੋਇਆ, ਅਜੇ ਤੇ ਮਨ ਤੜਫ ਰਿਹਾ। ਤੇ ਬਾਪੂ ਜੀ ਕੀ ਕਹਿ ਰਹੇ? ਸਤਿਗੁਰੂ ਕਹਿੰਦੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਰੰਗ ਵਿੱਚ ਜਦੋਂ ਜੀਵ ਰੰਗਿਆ ਜਾਂਦਾ ਹੈ ਤੇ ਉਹ ਆਪੇ ਕਿਰਪਾ ਕਰਕੇ ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ, ਫਿਰ ਉਹ ਜੀਵ ਰੱਬ ਜੀ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ। ਮਾਇਆ ਮੋਹ ਹਰ ਚਿਤ ਨਾਹੀ, ਜਮਪੁਰ ਬੱਧਾ ਦੁਖ ਸਹਾਈ। ਅੰਨਾ ਬੋਲਾ ਕਿਛ ਨਦਰ ਨਾ ਆਵੇ, ਮਨ ਮੁਖ ਪਾਪ ਪਚਾਵਣਿਆ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਮਾਇਆ ਮੋਹ ਹਰ ਚੇਤੈ ਨਾਹੀ। ਜਿਹੜਾ ਮਾਇਆ ਪ੍ਰਤੀ ਮੋਹ ਹੈ ਨਾ, ਇਹ ਰੱਬ ਨੂੰ ਚੇਤੇ ਨਹੀਂ ਕਰਨ ਦਿੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਚ ਆਖਿਆ, ਕਹਿੰਦੇ ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇੜਾ ਪੈ ਪੈ ਸੋਆ। ਜਦੋਂ ਚੰਗਾ ਕੰਮ ਕਰਨ ਦੀ ਵੇਲਾ ਸੀ ਨਾ, ਉਦੋਂ ਐ ਲੱਤਾਂ ਪਸਾਰ ਕੇ ਸੁਤਾਰਿਆ, ਤੇ ਜਦੋਂ ਮਾੜਾ ਕੰਮ ਕਰਨ ਦੀ ਵਾਰੀ ਆਈ ਤੇ ਉੱਠ ਉੱਠ ਕੇ ਬਹਿੰਦਾ। ਬੁਰੇ ਕਾਮ ਕੋ ਊਠ ਖਲੋਆ। ਮਾਇਆ ਮੋਹ ਹਰ ਚੇਤੈ ਨਾਹੀ, ਮਾਇਆ ਦੇ ਮੋਹ ਵਿੱਚ ਰੱਬ ਚੇਤੇ ਨਹੀਂ ਆਉਂਦਾ। ਫਿਰ ਕਹਿੰਦੇ ਜਦੋਂ ਰੱਬ ਹੀ ਚੇਤੇ ਨਹੀਂ ਆਇਆ, ਫਿਰ ਜਮਪੁਰ ਬੱਧਾ ਦੁੱਖ ਸਹਾਈ। ਹੁਣ ਮੌਤ ਦਾ ਡਰ ਕੀ ਕਰਦਾ? ਦੁਖੀ ਕਰ। ਜਿਹਦੇ ਕੋਲ ਮਾਇਆ ਬਹੁਤ ਹੋ ਜੇ ਨਾ, ਬੜੀ ਹੋ ਜਾਏ, ਉਹਨੂੰ ਫਿਰ ਇੱਕ ਚਿੰਤਾ ਬਣ ਜਾਂਦੀ, ਇੱਕ ਡਰ ਬਣ ਜਾਂਦਾ ਵੀ ਮੌਤ ਦਾ। ਤੇ ਉਹ ਮੌਤ ਦਾ ਡਰ ਇਸ ਕਰਕੇ ਹੈ ਵੀ ਇੰਨਾ ਧਨ ਜੋੜਿਆ ਤੇ ਜੇ ਮੈਂ ਮਰ ਗਿਆ ਤੇ ਬਣੇਗਾ ਕੀ? ਹੁਣ ਉਹਨੂੰ ਇਹ ਮਤਲਬ ਨਹੀਂ ਹੈ ਵੀ ਧਨ ਕਿਉਂ ਹੈ, ਕਾਹਦੇ ਵਾਸਤੇ। ਉਹਨੂੰ ਇਹ ਵੀ ਮਰਨਾ ਨਹੀਂ ਚਾਹੀਦਾ, ਮੈਂ ਧਨ ਬਹੁਤ ਜੋੜਿਆ, ਮੈਂ ਹੁਣ ਉਹ ਜੋੜਿਆ ਧਨ, ਚਿੰਤਾ ਮੌਤ ਦੀ ਪੈ ਗਈ। ਤੇ ਐਸੇ ਧਨ ਜੋੜੇ ਨੂੰ ਵੀ ਕੀ ਕਰਨਾ ਜਿਹੜਾ ਅੰਦਰ ਮੌਤ ਦਾ ਡਰ ਹੀ ਪੈਦਾ ਕਰਦਾ।
ਇਸੇ ਕਰਕੇ ਬਾਪੂ ਜੀ ਨੇ ਬਾਣੀ ਚ ਆਖਿਆ, ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ। ਸਬਰ ਤੇ ਕਿਤੇ ਵੀ ਨਹੀਂ ਨਾ। ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੋਹੇਲਾ ਭਾਲੀਐ। ਜਿਹਦੇ ਕੋਲ 4 ਟਕੇ ਆ ਗਏ ਉਹਨੂੰ ਇਹ ਚਿੰਤਾ ਬਣ ਗਈ ਵੀ ਰੱਖਾਂ ਕਿੱਥੇ, ਵੀ ਸਾਰੇ ਬੈਂਕ ਬੈਲੈਂਸ ਵੀ ਬੜਾ ਹੋਇਆ ਪਿਆ, ਹਰ ਬੈਂਕ 'ਚ ਖਾਤਾ ਭਰਿਆ ਪਿਆ। ਜੇ ਹੋਰ ਰੱਖਿਆ ਤੇ ਅਗਲੇ ਕਹਿਣਗੇ ਵੀ ਲੈ ਕੇ ਕਿੱਥੋਂ ਆਇਆ, ਇਲੀਗਲ ਹੈ ਤੇਰੇ ਕੋਲ। ਤੇ ਹੁਣ ਘਰੇ ਢੇਰ ਲੱਗੇ ਪਏ, ਕਿਉਂਕਿ ਲਿਮਟ ਹੈ ਨਾ ਬੈਂਕ ਦੇ ਵਿੱਚ ਵੀ ਜਮ੍ਹਾਂ ਕਰਾਉਣ ਦੀ ਇੱਕ ਲਿਮਟ ਹੈ, ਵੀ ਇਦੋਂ ਵੱਧ ਕੇ ਸਾਨੂੰ ਜਵਾਬਦੇਹ ਹੋਣਾ ਪਏਗਾ ਵੀ ਕਿੱਥੋਂ ਲੈ ਕੇ ਆਇਆ ਭਾਈ। ਜਿਸ ਕਰਕੇ ਹਰ ਬੈਂਕ 'ਚ ਇੱਕ ਖਾਤਾ ਖੁਲਾਇਆ, ਵੀ ਇੱਕ ਬੈਂਕ 'ਚ ਇੱਕ ਰੱਖਾਂ ਦੂਜੇ 'ਚ ਰੱਖਾਂ, ਵੀ ਕੱਲ ਨੂੰ ਕੋਈ ਮੇਰੇ ਤੇ ਕਟਾਕਸ਼ ਨਾ ਕਰੇ। ਉਹ ਸਾਰੇ ਬੈਂਕ ਅਕਾਊਂਟ ਭਰ ਗਏ। ਹੁਣ ਉਦੋਂ ਬਾਅਦ ਚ ਘਰ ਇੰਨਾ ਕੁ ਜੋੜੀ ਬੈਠਾ ਹੈ ਵੀ ਹੁਣ ਇਹ ਚਿੰਤਾ ਵੀ ਆ ਘਰ ਵਿਚਲੀ ਕਿੱਥੇ ਲੈ ਕੇ ਜਾਵਾਂ, ਜਿਹੜਾ ਘਰ ਵਿੱਚ ਧਨ ਰੱਖਿਆ ਮਾਇਆ ਰੱਖੀ ਇਹ ਕਿੱਥੇ ਰੱਖਾਂ ਹੁਣ। ਫਿਰ ਚਿੰਤਾ, ਜੇ ਕਿਤੇ ਰਾਤ ਨੂੰ ਕੋਈ ਚੋਰ ਆ ਗਿਆ, ਮਾਰ ਗਿਆ ਮੈਨੂੰ, ਸਾਡੇ ਟੱਬਰ ਨੂੰ ਮਾਰ ਗਿਆ, ਇਹਨਾਂ 4 ਟਕਿਆਂ ਦਾ ਕੀ ਕਰਾਂ। ਚਿੰਤਾ ਕਿੰਨੀਆਂ ਚਿੰਤਾਵਾਂ ਜੋੜੀਆਂ। ਕੱਲਾ ਇਹ ਨਾ ਸੋਚੋ ਵੀ ਬੰਦਾ ਘਰੇ ਮਾਇਆ ਦੇ ਢੇਰ ਲਾ ਕੇ ਨੋਟਾਂ ਦੀਆਂ ਵੱਡੀਆਂ ਥੱਦੀਆਂ ਜੋੜ ਕੇ ਬੈਠਾ, ਉਹਦੇ ਨਾਲ ਚਿੰਤਾਵਾਂ ਕਿੰਨੀਆਂ ਜੋੜ ਕੇ ਬੈਠਾ, ਇਹ ਵੀ ਕਦੇ ਵੇਖੀਏ। ਡਰ ਬਣਿਆ ਰਹਿੰਦਾ ਨਾ, ਕਿਤੇ ਕੋਈ ਕਿਸੇ ਪ੍ਰਕਾਰ ਦਾ ਇਨਕਮ ਟੈਕਸ ਵਾਲੇ ਘਰੇ ਆ ਗਏ, ਉਹਨਾਂ ਨੇ ਰੇਡ ਮਾਰ ਲਈ, ਮੇਰਾ ਕੀ ਬਣੇਗਾ। ਚੋਰ ਆ ਗਏ ਤਾਂ ਕੀ ਬਣੇਗਾ, ਕੋਈ ਲੁੱਟਣ ਵਾਲਾ ਆ ਗਿਆ ਤਾਂ ਕੀ। ਕਿੰਨੀਆਂ ਚਿੰਤਾਵਾਂ ਲਈ ਬੈਠਾ। ਇਹ ਕਾਹਦੀ ਹੈ, ਜਿਸ ਗ੍ਰਹਿ ਬਹੁਤ, ਜਿਹਦੇ ਘਰੇ ਬਹੁਤ ਸੀ। ਹੁਣ ਸਬਰ ਤੇ ਉਹਨੂੰ ਵੀ ਨਹੀਂ। ਮੁੜ ਕੇ ਦੂਜੀ ਗੱਲ ਕੀਤੀ, ਕਹਿੰਦੇ ਜਿਸ ਗ੍ਰਹਿ ਥੋੜੀ, ਹੁਣ ਜਿਹਦੇ ਘਰ ਹੈ ਹੀ ਨਹੀਂ, ਉਹ ਕਹਿੰਦਾ ਲਿਆਵਾਂ ਕਿੱਥੋਂ। ਉਹ ਇਸੇ ਗੱਲ 'ਚ ਹੀ ਭੱਜਿਆ ਫਿਰਦਾ ਵੀ ਲਿਆਈਏ ਕਿੱਥੋਂ, ਸਾਡੀਆਂ ਤੇ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਫਿਰ ਉਹ ਲੋੜਾਂ ਪੂਰੀਆਂ ਕਰਨ ਵਾਸਤੇ, ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਭੱਜਿਆ ਫਿਰਦਾ। ਸੋ ਫਿਰੈ ਪ੍ਰਮੰਤਾ, ਭਟਕਦਾ ਫਿਰਦਾ ਉਹ ਵੀ ਲਿਆਵਾਂ ਕਿੱਥੋਂ। ਫਿਰ ਕਦੇ ਕਿਸੇ ਨੂੰ ਲੁੱਟ, ਕਦੇ ਕਿਸੇ ਨੂੰ ਠੱਗ, ਕਦੇ ਕਿਸੇ ਦੀ ਜੇਬ ਵੱਢ, ਕਦੇ ਕਿਸੇ ਦੇ ਹੱਥ 'ਚੋਂ ਖੋਹ ਕੇ ਭੱਜ ਲਾ। ਫਿਰ ਆ ਜੇ ਪ੍ਰਮੰਤਾ। ਹੁਣ ਮੁਕਤ ਕਿਹੜਾ, ਸੁਖੀ ਕਿਹੜਾ, ਦੋਹੂ ਵਿਵਸਥਾ ਤੇ ਜੋ ਮੁਕਤਾ। ਗੁਰੂ ਬਾਬਾ ਜੀ ਕਹਿੰਦੇ ਜਿਹੜਾ ਦੋਵਾਂ ਅਵਸਥਾਵਾਂ ਤੋਂ ਮੁਕਤ ਹੋ ਗਿਆ, ਦੋਵਾਂ ਅਵਸਥਾਵਾਂ ਤੋਂ ਮੁਕਤ ਉਦਣ ਹੋਵਾਂਗੇ ਜਿੱਦਣ ਮਨ ਕਹੇਗਾ ਵੀ ਸਬਰ ਕਰ ਲਾ, ਰੱਬ ਦਾ ਦਿੱਤਾ, ਭੁੱਖਿਆਂ ਉਹਨੇ ਮਰਨ ਨਹੀਂ ਦੇਣਾ। ਐਵੇਂ ਜੋੜ ਕੇ ਫਾਇਦਾ ਕੀ, ਨਾਲ ਉਹਨੇ ਲਿਜਾਣ ਨਹੀਂ ਦੇਣਾ। ਜੇ ਕੋਲੇ ਹੈ ਨਹੀਂ, ਭੁੱਖਿਆਂ ਉਹਨੇ ਮਰਨ ਨਹੀਂ ਦੇਣਾ। ਤੇ ਭਲਾ ਇਸੇ 'ਚ ਆ ਵੀ ਭਟਕਣਾ ਛੱਡ, ਜਿੰਨਾ ਕੁ ਰੱਬ ਨੇ ਦਿੱਤਾ ਓਨੇ ਕੁ ਸਬਰ ਕਰ ਲਾ। ਜਿੰਨੇ ਓਨੇ 'ਚ ਸਬਰ ਕਰ ਲਿਆ, ਮਾਲਕ ਕਹਿੰਦੇ ਸੋਈ ਸੁਹੇਲਾ ਭਾਲੀਐ, ਉਹ ਸੌਖਾ ਹੋ ਜਾਂਦਾ। ਫਿਰ ਜੰਮਪੁਰ ਬੱਧਾ ਦੁੱਖ ਸਹਾਹੀ, ਕਹਿੰਦੇ ਅੰਨਾ ਬੋਲਾ ਕਿਛ ਨਦਰ ਨਾ ਆਵੇ। ਫਿਰ ਮਾਇਆ ਅੰਨਿਆਂ ਵੀ ਕਰ ਦਿੰਦੀ ਤੇ ਮਾਇਆ ਬੋਲਿਆਂ ਵੀ ਕਰ ਦਿੰਦੀ। ਹੈ ਕਿਤੇ ਕੋਈ ਗਰੀਬ ਦਿਸ ਜਾਏ ਫਿਰ ਅੱਖਾਂ ਨਾਲ, ਉਹਨੂੰ ਤੇ ਕੀੜਾ ਹੀ ਸਮਝੀ ਜਾਂਦਾ, ਲਤਾੜੀ ਹੋਈ ਜਾਂਦਾ ਪੈਰਾਂ ਥੱਲੇ। ਮੈਨੂੰ ਕਿਹੜਾ ਦਿਸਦਾ। ਦਿਸਣਾ ਕੱਲਾ ਇਹ ਨਹੀਂ ਵੀ ਅੱਖਾਂ ਕਰਕੇ ਨਹੀਂ ਦਿੰਦਾ ਤੇ ਠੋਕਰਾਂ ਖਾਂਦਾ ਫਿਰਦਾ, ਨਹੀਂ। ਇਹਦਾ ਮਤਲਬ ਇਹ ਹੈ ਕਿ ਅੱਖਾਂ ਤੇ ਮਾਇਆ ਨੇ ਪੱਟੀ ਐਡੀ ਮੋਟੀ ਬੰਨਤੀ ਵੀ ਆਪਣੇ ਤੋਂ ਨੀਵਾਂ ਦੀਂਦਾ ਹੀ ਨਹੀਂ। ਹੁਣ ਅੰਨਾ ਬੋਲਾ, ਬੋਲਾ ਜਿਹਨੂੰ ਸੁਣਦਾ ਨਹੀਂ, ਹੁਣ ਕਿੱਥੇ ਸੁਣਦੀ ਫਿਰ ਕਿਸੇ ਗਰੀਬ ਦੀ ਪੁਕਾਰ ਸੁਣਦੀ ਕਿਤੇ। ਬਿਲਕਦਾ ਰਹਿ ਜਾਂਦਾ, ਤੜਫਦਾ ਰਹਿ ਜਾਂਦਾ ਵੀ ਮੈਂ ਮਦਦ ਮੰਗਣ ਆਇਆ ਤੁਹਾਡੇ ਕੋਲੋਂ, ਤੁਸੀਂ ਸਹਾਇਤਾ ਕਰ ਦਿਓ। ਨਹੀਂ ਨਜ਼ਰ ਆਇਆ। ਮਾਲਕ ਜੀ ਨੇ ਇਸੇ ਕਰਕੇ ਤੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਜਿੱਥੇ ਮਾਇਆ ਆ ਕੇ ਆਪਣਾ ਪ੍ਰਭਾਵ ਪਾ ਲੈਂਦੀ ਹੈ, ਜਿਹਦੇ ਉੱਤੇ ਪ੍ਰਭਾਵ ਪੈਂਦਾ ਉਹਨੂੰ ਅੰਨਿਆਂ ਵੀ ਕਰ ਦਿੰਦੀ ਤੇ ਉਹਨੂੰ ਬੋਲਾ ਵੀ ਕਰ ਦਿੰਦੀ। ਨਾ ਉਹਨੂੰ ਕੁਝ ਦਿਸਣ ਦਿੰਦੀ ਹੈ, ਨਾ ਉਹਨੂੰ ਕੁਝ ਸੁਣਨ ਦਿੰਦੀ ਹੈ, ਕਿਉਂ ਮਾਇਆ ਪ੍ਰਭਾਵ ਇੰਨਾ ਕੁ ਪਾ ਦਿੰਦੀ। ਮਾਇਆ ਅੰਦਰ ਬਹੁਤ ਕੁਝ ਵਿਚਾਰਾਂ ਪੈਦਾ ਕਰ ਲੈ, ਆਪਣੇ ਕੋਲ ਧਨ ਵਾਧੂ, ਕੁਛ ਵੀ ਕਰ ਸਕਦੇ ਆ। ਉਹ ਜਿਹੜਾ ਕੁਝ ਵੀ ਕਰ ਸਕਦੇ ਆ ਨਾ, ਫਿਰ ਕਈ ਤਰ੍ਹਾਂ ਦੀਆਂ ਚਿੰਤਾਵਾਂ, ਕਈ ਤਰ੍ਹਾਂ ਦੇ
ਵਿਪਤਾਵਾਂ ਮੁਸ਼ਕਲਾਂ ਖੜੀਆਂ ਕਰ ਦਿੰਦਾ ਵੀ ਅਸੀਂ ਤੇ ਵਾਧੂ ਕੁਝ ਕਰ ਸਕਦੇ ਹਾਂ। ਫਿਰ ਸਾਹਿਬ ਜੀ ਆਖਦੇ ਨਾਲ ਮਨਮੁਖ ਪਾਪ ਪਚਾਵਣੇ ਆ। ਕਹਿੰਦੇ ਫਿਰ ਮਨ ਪਿੱਛੇ ਲੱਗ ਕੇ ਉਹ ਪਾਪ ਕਰਦਾ, ਮਾਇਆਧਾਰੀ ਸੀ ਨਾ, ਮਨ ਪਿੱਛੇ ਲੱਗ ਕੇ ਬੜੇ ਪਾਪ ਕਰਦਾ। ਫਿਰ ਉਹਨਾਂ ਪਾਪਾਂ ਨੂੰ ਕਰਦਾ ਹੋਇਆ ਪਾਪਾਂ ਦੇ ਵਿੱਚ ਹੀ ਸੜ ਬਲ ਜਾਂਦਾ, ਪਚ ਜਾਂਦਾ, ਪਾਪਾਂ ਦੇ ਵਿੱਚ ਹੀ ਮਰ ਜਾਂਦਾ। ਪਰ ਨਾ ਤੇ ਜ਼ਿੰਦਗੀ 'ਚ ਸੁੱਖ ਵੇਖ ਸਕਿਆ, ਨਾ ਹੀ ਆਪਣਾ ਮਰਨ ਸਵਾਰ ਸਕਿਆ, ਨਾ ਹੀ ਆਪਣਾ ਜਿਉਣਾ ਸਵਾਰ ਸਕਿਆ। ਪਾਪਾਂ ਕਰਕੇ ਜਿਉਣਾ ਵੀ ਵਿਗਾੜ ਗਿਆ ਔਰ ਪਾਪਾਂ ਦੇ ਕਰਕੇ ਆਪਣਾ ਮਰਨਾ ਵੀ ਵਿਗਾੜ ਗਿਆ। ਸਤਿਗੁਰੂ ਕਿਤੇ ਬਖਸ਼ਿਸ਼ ਕਰਨ, ਸਾਨੂੰ ਸਭਨਾਂ ਨੂੰ ਮਾਲਕ ਜੀ ਆਪਣੇ ਦਰੋਂ ਘਰੋਂ ਆਪਣੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਕਿ ਸਾਡੇ ਮਨਾਂ ਨੂੰ ਇੱਕ ਥਾਂ ਤੇ ਧੀਰਜ ਆ ਜਾਏ, ਟਿਕ ਜਾਣ ਸਾਡੇ ਮਨ, ਕਿਤੇ ਮਨਾਂ ਨੂੰ ਸਬਰ ਆ ਜਾਏ ਤੇ ਮਨ ਉਸ ਪਰਮੇਸ਼ਵਰ ਨੂੰ ਚੇਤੇ ਕਰਦਿਆਂ ਸੁਖ ਭਰਿਆ ਜੀਵਨ ਗੁਜ਼ਾਰ ਸਕੇ। ਤੇ ਮਾਲਕ ਅੱਗੇ ਅਰਜ਼ੋਈ ਕਰਦੇ ਰਿਹਾ ਕਰੋ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਮਾਇਆ ਮੋਹ ਹਰ ਚਿਤ ਨਾਹੀ, ਜਮਪੁਰ ਬੱਧਾ ਦੁਖ ਸਹਾਈ। ਅੰਨਾ ਬੋਲਾ ਕਿਛ ਨਦਰ ਨਾ ਆਵੇ, ਮਨ ਮੁਖ ਪਾਪ ਪਚਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆਂ ਵਧਾਈਆਂ।